Guru Vai 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 Guru ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸੰਤ ਸਾਧੂ ਜਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਜਿੰਨਾ ਵੀ ਉਪਦੇਸ਼ ਸਾਰਾ ਆਪਣੇ ਮਨ ਨੂੰ ਦਿੱਤਾ ਜਾਂਦਾ, ਸਾਡੇ ਮਨ ਨੂੰ ਸਮਝਾਇਆ ਜਾਂਦਾ। ਕਿਵੇਂ ਸਾਡਾ ਮਨ ਪਰਮਾਤਮਾ ਵਾਹਿਗੁਰੂ ਤੋਂ ਵਿਛੜਿਆ, ਕਿਵੇਂ ਅਸੀਂ ਇੱਧਰ ਮਾਇਆ ਦੇ ਘਰ ਤਰੇ ਗੁਣਾਂ ਦੇ ਵਿੱਚ ਆ ਕੇ ਸੁੱਤੇ ਹਾਂ, ਅਤੇ ਕਿਵੇਂ ਹੁਣ ਵਾਪਸ ਮਨ ਨੇ ਫਿਰ ਜਾਗਣਾ, ਜਾ ਕੇ ਆਪਦੇ ਘਰ ਜਾਣਾ ਅਤੇ ਨਿਰੰਕਾਰ ਵਾਹਿਗੁਰੂ ਦੇ ਨਾਲ ਮਿਲਾਪ ਕਰ। ਇਹ ਸਾਰੀ ਕਹਾਣੀ ਆਪਣੇ ਮਨ ਦੀ ਚੱਲਦੀ ਹੈ। ਇਹ ਸਰੀਰ ਨੂੰ ਗੁਰਬਾਣੀ ਗੁਰੂ ਵਿੱਚ ਘਰ ਕਹਿ ਕੇ, ਇਹਨੂੰ ਪਿੰਡ, ਖੇਤ, ਧਰਤੀ, ਦੇਸ਼ ਕਹਿ ਕੇ ਪਾਸੇ ਕਰ ਦਿੱਤਾ ਵੀ ਇਹ ਸਰੀਰ ਦੀ ਕੋਈ ਗੱਲ ਨਹੀਂ ਕੀਤੀ। ਇਹ ਤਾਂ ਜਿਵੇਂ ਘਰ ਹੁੰਦਾ, ਇਹ ਘਰ ਹੈ, ਅਤੇ ਜਿਹੜਾ ਇਹ ਘਰ ਦੇ ਵਿੱਚ ਵੱਸਦਾ ਹੈ ਉਹਨੂੰ ਸਮਝਾਇਆ ਜਾ ਰਿਹਾ, ਉਹ ਹੈ ਮਨ। ਜਿਹੜਾ ਸਵੇਰੇ ਇਸ ਘਰ ਵਿੱਚ ਆਉਂਦਾ ਹੈ, ਦਿਨੇ ਆਪਾਂ ਆ ਜਾਂਦੇ, ਜਦੋਂ ਰਾਤ ਹੁੰਦੀ ਹੈ ਇਹ ਘਰ ਨੂੰ ਛੱਡ ਕੇ
ਉਹਨੇ ਵਾਪਸ ਆਪਦੇ ਘਰ ਜਾਣਾ। ਇਹ ਰੋਜ਼ ਦੀ ਰੋਜ਼ ਦਾ ਸਾਡਾ ਖੇਲ। ਸਵੇਰੇ ਆਉਣਾ, ਇੱਧਰ ਆ ਕੇ ਆਉਣ 'ਚ ਮਿਲ ਕੇ ਤ੍ਰੈ ਗੁਣਾਂ 'ਚ ਖੇਲਣਾ, ਫਿਰ ਇਹ ਖੇਲ ਨੂੰ ਖਤਮ ਕਰਕੇ ਆਉਣ ਨੂੰ ਛੱਡ ਕੇ ਨਾਮ ਨੂੰ ਫੜਨਾ ਅਤੇ ਨਾਮ 'ਚ ਸਮਾ ਕੇ ਆਪਦੇ ਘਰ ਆਪਦੇ ਦੇਸ਼ ਵਾਪਸ ਜਾ। ਇਹ ਨਿੱਤ ਦੀ ਨਿੱਤ ਦਾ ਸਾਡਾ ਖੇਲ ਹੈ। ਰੋਜ਼ ਆਉਣਾ ਅਤੇ ਰੋਜ਼ ਵਾਪਸ ਜਾਣਾ। ਔੜਨ ਜੇ ਸਾਡਾ ਮਨ ਇਹ ਖੇਲ ਨੂੰ ਸਮਝ ਲੈਂਦਾ ਅਤੇ ਇਹ ਖੇਲ ਨੂੰ ਜਿੱਤ ਜਾਂਦਾ ਹੈ, ਅਤੇ ਇਹਦਾ ਜਿਹੜਾ ਜਨਮ ਮਰਨ ਦਾ ਚੱਕਰ, ਜਿਹੜਾ ਭਰਮ, ਇਹ ਖਤਮ ਹੋ ਜਾਂਦਾ। ਬਈ ਸਾਨੂੰ ਭੇਦ ਆ ਗਿਆ ਵੀ ਅਸੀਂ ਜਾਣਾ ਕਿੱਥੇ ਹੈ। ਦੇਸ਼ ਛੱਡਣ ਤੋਂ ਮਗਰੋਂ ਉਹ ਘਰ ਆਪਾਂ ਪਹਿਲਾਂ ਹੀ ਦੇਖ ਲਿਆ, ਅਤੇ ਆਪਦੇ ਘਰ ਦੇ ਵਿੱਚ ਆਉਣ ਜਾਣ ਬਣ ਗਏ ਆ। ਇਹ ਜਿਹੜਾ ਸਾਨੂੰ ਭਰਮ ਸੀ ਜਨਮ ਅਤੇ ਮੌਤ ਦਾ, ਭਰਮ ਖਤਮ ਹੋ ਗਈ। ਮਾਰੇ ਫਰਮਾਉਂਦੇ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ, ਗੁਰ ਸਾਖੀ ਜਾਗੀ। ਬਈ ਜਿਹੜਾ ਸਾਡਾ ਭਰਮ ਸੀ ਇਹ ਜਨਮ ਮਰਨ ਦਾ, ਇਹ ਖਤਮ ਹੋ ਗਿਆ ਅਤੇ ਲਿਵ ਮਾਲਕ ਨਾਲ ਲੱਗ ਗਈ। ਅਤੇ ਆਪ ਜਿਉਂਦੇ ਜੀ ਹੀ ਉਹ ਸੁਣ ਦੇ ਵਿੱਚ, ਉਹ ਘਰ ਦੇ ਵਿੱਚ ਜਾਣ ਆਉਣ ਬਣਾ ਲਿਓ ਅਤੇ ਸਿੱਖ ਲਿਓ। ਅਤੇ ਇਹੋ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਅਸੀਂ ਸਿੱਖਣਾ ਜਿਉਂਦੇ ਜੀ, ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ, ਤਾਂ ਕਿ ਜੋ ਸਾਨੂੰ ਇਹ ਮਹਾਰਾਜ ਨੇ ਸਮਾਂ ਦਿੱਤਾ ਗਿਣਤੀ ਦਾ, ਇਹ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਆਪਦੇ ਅਸਲ ਘਰ ਦਾ ਭੇਤ ਲੈਣਾ। ਅਸਲ ਘਰ ਦੇ ਵਿੱਚ ਅਸੀਂ ਆਉਣ ਜਾਣ ਬਣਾਉਣਾ ਹੁੰਦਾ, ਅਤੇ ਉਹ ਘਰ ਦੇ ਵਿੱਚ ਵਾਸਾ ਕਰਨਾ। ਉਹਦੇ ਵਾਸਤੇ ਫਿਰ ਆਪਾਂ ਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਆਪਣੀ ਮੱਤ ਦੁਆਰਾ ਸਾਨੂੰ ਇਹ ਭੇਦ ਆ ਨਹੀਂ ਸਕਦਾ। ਆਪਣੀ ਮੱਤ ਦੁਆਰਾ ਅਸੀਂ ਆਪਦੇ ਘਰ ਵਾਪਸ ਨਹੀਂ ਜਾ ਸਕਦੇ। ਉਹਦੇ ਲਈ ਗੁਰੂ ਦੀ ਮੱਤ ਲੈਣੀ ਪੈਂਦੀ, ਅਤੇ ਗੁਰੂ ਦੀ ਮੱਤ ਲੈਣ ਵਾਸਤੇ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ। ਹੁਣ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਆਪਾਂ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ, ਇਹ ਗਿਆਨ ਲੈਣ ਵਾਸਤੇ। ਸਾਡੇ ਮਨ ਨੂੰ ਸਮਝਾਉਣ ਵਾਸਤੇ ਹੀ ਇਹ ਸਾਰਾ ਗਿਆਨ ਦਿੱਤਾ ਜਾ ਰਿਹਾ। ਤਾਂਹੀਓ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ। ਕਾਹਦੇ ਲਈ ਮਹਾਰਾਜ ਕਹਿੰਦੇ ਮਨ ਸਮਝਾਵਣ ਕਾਰਨੇ, ਕਛੁਕ ਪੜ੍ਹੀਏ ਗਿਆਨ। ਬਈ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸੋਝੀ ਦੇਣ ਵਾਸਤੇ, ਮਨ ਨੂੰ ਭੇਦ ਦੇਣ ਵਾਸਤੇ, ਤਾਂ ਕਰਕੇ ਗੁਰਬਾਣੀ ਹੈ। ਔਰ ਗੁਰਬਾਣੀ ਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡਾ ਦੇਸ਼ ਨਹੀਂ, ਆਪਾਂ ਇਸ ਲੋਕ ਦੇ ਵਾਸੀ ਨਹੀਂ, ਆਪਾਂ ਇੱਥੇ ਦੇ ਰਹਿਣ ਵਾਲੇ ਨਹੀਂ। ਇਹਨੂੰ ਪਰਦੇਸ ਕਹਿੰਦੇ, ਆਪਾਂ ਪਰਦੇਸੀ। ਅਤੇ ਆਪਣਾ ਜਿਹੜਾ ਦੇਸ਼ ਹੈ ਉਹ ਪਰਲੋਕ ਹੈ, ਜਿਹਨੂੰ ਨਿਰਭਉ ਨਗਰ, ਅਬਚਲ ਨਗਰ, ਬੇਗਮਪੁਰਾ ਸ਼ਹਿਰ ਕਹਿੰਦੇ, ਜਿੱਥੇ ਕਿਸੇ ਕਿਸਮ ਦਾ ਕੋਈ ਗਮ ਨਹੀਂ, ਕੋਈ ਸਹਿਸਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਰੋਗ ਨਹੀਂ। ਜਿਵੇਂ ਇੱਥੇ ਤਾਂ ਆਪਾਂ ਦੇਖਦੇ ਸੰਸਾਰ ਦੇ ਵਿੱਚ, ਇੱਥੇ ਚਿੰਤਾ ਵੀ ਨੇ, ਫਿਕਰ ਵੀ ਨੇ, ਬੈਰ ਵਿਰੋਧ ਵੀ ਹੈ, ਦੁਬਦਾ ਵੀ ਹੈ, ਇੱਥੇ ਰੋਗ ਵੀ ਨੇ। ਆਪਣਾ ਜਿਹੜਾ ਦੇਸ਼ ਹੈ ਉੱਥੇ ਆਹ ਕੁਛ ਨਹੀਂ ਹੈ। ਨਾ ਉੱਥੇ ਕਿਸੇ ਕਿਸਮ ਦੀ ਕੋਈ ਚਿੰਤਾ, ਨਾ ਫਿਕਰ, ਨਾ ਕੋਈ ਰੋਗ ਸਾਨੂੰ, ਨਾ ਕੋਈ ਬਿਮਾਰੀ ਲੱਗੇ। ਇਹ ਸਭ ਇਹ ਕਾਲ ਦੇ ਦੇਸ਼ ਵਿੱਚ ਇੱਥੇ ਹੀ ਹੈ। ਜਦੋਂ ਅਸੀਂ ਦਿਨ ਦੇ ਸਮੇਂ ਆਉਂਦੇ,
ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਇਹ ਖੇਡ ਨੂੰ ਜਾਣ ਲਿਆ, ਜਿਨ੍ਹਾਂ ਨੇ ਆਪਦੇ ਘਰ 'ਚ ਆਉਣ ਜਾਣ ਬਣਾ ਲਿਆ, ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ, ਉਹ ਰੋਗ ਰਹਿਤ ਹੋ ਜਾਂਦੇ। ਸਤਿਗੁਰੂ ਕਹਿੰਦੇ ਮੇਰੇ ਰਾਮ ਹਰ ਜਨ ਅਰੋਗ ਭਈ, ਵੀ ਜਿਹੜੇ ਹਰੀ ਦੇ ਜਨ ਉਹ ਰੋਗ ਹੋ ਗਏ, ਰੋਗ ਰਹਿਤ ਹੋ ਗਏ, ਉਹਨਾਂ ਨੂੰ ਕੋਈ ਰੋਗ ਨਹੀਂ। ਹੁਣ ਰੋਗ ਕਿਹਨੂੰ ਨਹੀਂ? ਜਿਹਦੀ ਇਹ ਕਹਾਣੀ ਚੱਲਦੀ ਮਨ ਦੀ, ਮਨ ਨੂੰ ਕੋਈ ਰੋਗ ਨਹੀਂ। ਸਰੀਰ ਦੀ ਗੱਲ ਨਹੀਂ, ਸਰੀਰ ਤਾਂ ਗੁਰਮੁਖਾਂ ਦੇ ਵੀ ਰੋਗੀ ਹੋ ਜਾਂਦੇ। ਸਰੀਰ ਦਾ ਆਪਾਂ ਦੇਖਦੇ ਹਾਂ, ਗੁਰਮੁਖ ਜਨ ਸੰਸਾਰ 'ਚ ਆਉਂਦੇ, ਮਹਾਂਪੁਰਖ ਆਉਂਦੇ, ਉਹਨਾਂ ਦੇ ਸਰੀਰ ਵੀ ਰੋਗੀ ਹੋ ਜਾਂਦੇ। ਕਿਉਂਕਿ ਇਹ ਸਰੀਰ ਦੀ ਕਹਾਣੀ ਨਹੀਂ, ਇਹ ਕਹਾਣੀ ਹੈ ਸਾਰੀ ਮਨ ਦੀ। ਬਈ ਸਾਡਾ ਜਿਹੜਾ ਮਨ ਹੈ, ਉਹ ਮਨ ਕਿਵੇਂ ਰੋਗ ਰਹਿਤ ਹੋਵੇ। ਅਤੇ ਮਨ ਦੇ ਰੋਗ ਵੱਖਰੇ ਨੇ, ਇਹ ਤਨ ਦੇ ਰੋਗ ਵੱਖਰੇ ਨੇ। ਹੁਣ ਜਿਹੜਾ ਰੋਗ ਅਸਲ ਦੇ ਵਿੱਚ ਸਾਡੇ ਮਨ ਨੂੰ ਲੱਗੇ, ਜਨਮ ਮਰਨ ਦਾ, ਜੋ ਅਸੀਂ ਵਾਰ-ਵਾਰ ਕਾਰਾਂ ਦੇ ਵਿੱਚ ਆਉਂਦੇ ਹਾਂ, ਇਹ ਸਾਡੇ ਮਨ ਨੂੰ ਰੋਗ ਲੱਗੇ। ਹੁਣ ਇਹ ਸਾਡੇ ਮਨ ਨੂੰ ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ, ਪਰਮਾਤਮਾ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ, ਕਿੱਡਾ ਵੱਡਾ ਦੁੱਖ ਹੈ। ਅਸੀਂ ਆਪਦੇ ਮੂਲ ਤੋਂ ਟੁੱਟ ਚੁੱਕੇ ਹਾਂ, ਇਹ ਬੜਾ ਵੱਡਾ ਦੁੱਖ ਹੈ। ਮਨ ਇਹ ਰੋਗ ਹੈ। ਇਸ ਵਾਸਤੇ ਫਿਰ ਇਹ ਅੱਗੇ ਦੀ ਅੱਗੇ ਮਨ ਨੂੰ ਰੋਗ ਵੱਧਦੇ ਜਾਂਦੇ। ਜਿਉਂ-ਜਿਉਂ ਇਹ ਪਰਮੇਸ਼ਰ ਨੂੰ ਭੁੱਲਦਾ ਜਾਂਦਾ ਹੈ, ਇਹ ਰੋਗੀ ਹੁੰਦਾ ਜਾਂਦਾ। ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਪਰਮੇਸ਼ਰ ਨੂੰ ਹੀ ਭੁੱਲ ਗਿਆ, ਇਹਨੂੰ ਫਿਰ ਰੋਗ ਵਿਆਪਦੇ, ਫਿਰ ਇਹਨੂੰ ਰੋਗ ਲੱਗ ਜਾਂਦੇ। ਰੋਗ ਕੀ ਨੇ? ਮਨ ਦੇ ਈਰਖਾ, ਬੈਰ ਵਿਰੋਧ, ਨਫ਼ਰਤ ਕਰਨੀ, ਹਉਮੈ ਹੰਕਾਰ ਕਰਨਾ, ਦੂਸਰਿਆਂ ਦੀ ਨਿੰਦਿਆ ਕਰਨੀ, ਨਿੰਦਿਆ ਸੁਣਨੀ, ਇਹ ਸਭ ਸਾਡੇ ਮਨ ਨੂੰ ਰੋਗ ਨੇ, ਇਹ ਬਿਮਾਰੀਆਂ ਨੇ। ਇੱਕ ਤਾਂ ਹੈ ਜਿਵੇਂ ਤਨ ਦਾ ਰੋਗ, ਹੁਣ ਆਪਾਂ ਦੇਖਦੇ ਹਾਂ ਵੀ ਆ ਜੋ ਚੱਲਿਆ ਹੋਇਆ ਕਰੋਨਾ, ਔਰ ਇਹਦੇ ਤੋਂ ਜੀਵ ਇੰਨਾ ਬਚਣ ਦੀ ਕੋਸ਼ਿਸ਼ ਕਰਦੇ, ਅਤੇ ਇਹ ਤੋਂ ਵੀ ਖਤਰਨਾਕ ਰੋਗ ਨੇ ਜਿਹੜੇ ਸਾਡੇ ਮਨ ਨੂੰ ਲੱਗੇ ਹੋਏ, ਜਿਨ੍ਹਾਂ ਦਾ ਸਾਨੂੰ ਭੇਤ ਨਹੀਂ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ। ਜਿਹਦਾ ਪਤਾ ਸਾਨੂੰ ਫੇਰ ਲੱਗਦਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ। ਸਤਿਗੁਰੂ ਫਿਰ ਆਪਾਂ ਨੂੰ ਉਹਨਾਂ ਰੋਗਾਂ ਤੋਂ ਜਾਣੂ ਕਰਾਉਂਦੇ। ਬਈ ਜਿਵੇਂ ਜੀਵ ਜਿਹੜਾ ਨਿੰਦਕ ਹੈ, ਮਹਾਰਾਜ ਕਹਿੰਦੇ ਨਿੰਦਕ ਦਾ ਕੋਈ ਦਾਰੂ ਨਹੀਂ ਹੈ, ਨਿੰਦਾ ਇੰਨੀ ਮਾੜੀ ਹੈ। ਸਤਿਗੁਰੂ ਕਹਿੰਦੇ ਔਖਦ ਸਭੇ ਕੀਤੀਆਂ ਨਿੰਦਕ ਦਾਰੂ ਨਾ ਹੈ। ਵੀ ਜਿਹੜਾ ਨਿੰਦਕ ਜੀਵ, ਉਹਦਾ ਕੋਈ ਦਾਰੂ ਹੀ ਨਹੀਂ। ਕਿਉਂਕਿ ਨਿੰਦਾ ਜਿਹੜੀ ਹੈ, ਮਹਾਰਾਜ ਕਹਿੰਦੇ ਐਸੀ ਬਿਮਾਰੀ ਹੈ, ਐਸਾ ਰੋਗ ਹੈ, ਅਤੇ ਜਿਹੜੇ ਰੋਗ ਦਾ ਜੀਵ ਨੂੰ ਪਤਾ ਹੀ ਨਹੀਂ, ਉਹ ਬੜਾ ਖੁਸ਼ ਹੋ ਕੇ ਨਿੰਦਾ ਕਰਦਾ, ਨਾਲੇ ਸੁਣਦਾ ਵੀ ਹੈ, ਨਾਲੇ ਕਰਦਾ ਵੀ। ਅਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਬਿਮਾਰੀ ਮੈਨੂੰ ਚੁੰਬੜੀ ਹੋਈ, ਰੋਗ ਲੱਗਿਆ ਹੋਇਆ। ਇਸ ਵਾਸਤੇ ਫਿਰ ਇਹ ਸਾਰੇ ਮਨ ਨੂੰ ਰੋਗ ਹੀ ਨੇ। ਇਹ ਵੈਰ ਵਿਰੋਧ, ਈਰਖਾ, ਨਫ਼ਰਤ, ਸਹਿੰਸੇ, ਫਿਕਰ, ਚਿੰਤਾਵਾਂ, ਇਹ ਸਭ ਸਾਡੇ ਮਨ ਨੂੰ ਰੋਗ ਚੁੰਬੜੇ ਹੋਏ। ਔਰ ਮਹਾਰਾਜ ਕਹਿੰਦੇ ਵੀ ਇਹਨਾਂ ਰੋਗਾਂ ਦਾ ਸਾਰਿਆਂ ਦਾ ਜਿਹੜਾ ਦਾਰੂ ਹੈ, ਉਹ ਨਾਮ ਹੈ। ਸੰਸਾਰ ਹੈ ਜਿਹੜਾ, ਉਹ ਰੋਗੀ ਹੈ, ਅਤੇ ਨਾਮ ਦਾਰੂ। ਸੰਸਾਰ ਰੋਗੀ, ਨਾਮ ਦਾਰੂ। ਮੈਲ ਲਾਗੇ ਸੱਚ ਬਿਨਾ। ਸਤਿਗੁਰੂ ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਨੇ ਜਿਹੜੇ ਉਹ ਰੋਗੀ ਹੋਏ।
ਹੁਣ ਤਨ ਕਰਕੇ ਤਾਂ ਸਾਰੇ ਰੋਗੀ ਨਹੀਂ, ਪਰ ਮਨ ਜਿਹੜੇ ਸਾਰਿਆਂ ਦੇ ਰੋਗੀ ਨੇ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਜਵਾਨ ਹੈ, ਚਾਹੇ ਕੋਈ ਬਿਰਧ ਹੈ। ਸਭ ਦੇ ਜਿਹੜੇ ਮਨ ਸੀ ਉਹ ਮਨ ਰੋਗੀ ਹੋ ਗਏ ਜਦੋਂ ਪਰਮੇਸ਼ਰ ਨੂੰ, ਪਰਮਾਤਮਾ ਨੂੰ ਭੁੱਲ ਗਏ। ਹੁਣ ਜਿਉਂ-ਜਿਉਂ ਫਿਰ ਜੀਵ ਦੀ ਉਮਰ ਵੱਧਦੀ ਹੈ, ਉਹ ਤਿਉਂ-ਤਿਉਂ ਹੋਰ ਰੋਗੀ ਹੁੰਦਾ ਜਾਂਦਾ। ਜਿਵੇਂ ਬੱਚੇ ਨੂੰ ਰੋਗ ਘੱਟ ਹੈ ਕਿਉਂਕਿ ਉਹਨੂੰ ਹਜੇ ਜ਼ਿਆਦਾ ਸਮਾਂ ਨਹੀਂ ਹੋਇਆ ਪਰਮਾਤਮਾ ਦੇ ਨਾਲੋਂ ਟੁੱਟੀ ਨੂੰ, ਉਹ ਇਸ ਕਰਕੇ ਰੋਗੀ ਘੱਟ ਹੈ। ਜਿਉਂ-ਜਿਉਂ ਉਹਦੀ ਉਮਰ ਵੱਧਦੀ ਜਾਏਗੀ, ਜੇ ਉਹਨੇ ਸਤਸੰਗਤ ਨਾ ਕੀਤੀ, ਜੇ ਉਹ ਸਿਮਰਨ ਨਹੀਂ ਕਰੇਗਾ, ਸਤਸੰਗਤ ਨਹੀਂ ਕਰੇਗਾ, ਜੋ ਸਤਿਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ, ਜੇ ਉਹ ਗਿਆਨ ਇਹ ਨਹੀਂ ਲਏਗਾ, ਉਹਦੇ ਰੋਗ ਹੋਰ ਵੱਧਦੇ ਜਾਣਗੇ, ਉਹ ਹੋਰ ਅੱਗੇ ਦੀ ਅੱਗੇ ਰੋਗੀ ਹੁੰਦਾ ਜਾਏਗਾ। ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਆਪਾਂ ਨੂੰ ਸਰੀਰ ਕਰਕੇ ਕੋਈ ਰੋਗ ਲੱਗਦਾ ਹੈ ਅਤੇ ਆਪਾਂ ਫਟਾਫਟ ਡਾਕਟਰਾਂ ਕੋਲ ਜਾਂਦੇ। ਜੇ ਬੱਚੇ ਦਾ ਕੁਛ ਦੁਖਦਾ ਹੈ, ਉਹਨੂੰ ਕੋਈ ਤਕਲੀਫ ਹੈ, ਅਤੇ ਆਪਾਂ ਦੇਰੀ ਨਹੀਂ ਕਰਦੇ ਵੀ ਫਟਾਫਟ ਡਾਕਟਰ ਕੋਲ ਲੈ ਕੇ ਚੱਲੀਏ। ਹੁਣ ਜੇ ਸਾਨੂੰ ਇਹ ਗਿਆਨ ਹੋਵੇ ਜੋ ਸਾਨੂੰ ਸਤਿਗੁਰੂ ਬਖਸ਼ਿਸ਼ ਕਰਦੇ, ਬਈ ਆਪਾਂ ਦੇਖਣਾ ਗੁਰੂ ਦੀ ਮੱਤ ਦੁਆਰਾ ਬਈ ਸਾਡਾ ਬੱਚਾ ਰੋਗੀ ਤਾਂ ਨਹੀਂ ਹੋ ਰਿਹਾ, ਉਹ ਫਿਰ ਆਪਾਂ ਨੂੰ ਜਦੋਂ ਗਿਆਨ ਹੋਏਗਾ, ਗਿਆਨ ਦੀ ਕਸਵੱਟੀ ਦੁਆਰਾ ਸਾਨੂੰ ਪਤਾ ਲੱਗਣਾ। ਜੇ ਆਪਣੇ ਬੱਚੇ ਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆ ਰਿਹਾ ਹੈ ਅਤੇ ਸਮਝ ਲਓ ਰੋਗੀ ਹੋ ਰਿਹਾ, ਉਹਨੂੰ ਰੋਗ ਚੁੰਬੜ ਰਿਹਾ ਹੈ, ਅਤੇ ਉਹ ਰੋਗੀ ਹੋ ਰਿਹਾ, ਅਤੇ ਫਿਰ ਸਾਨੂੰ ਕੀ ਚਾਹੀਦਾ ਹੈ ਵੀ ਇਹਦਾ ਰੋਗ ਹੋਰ ਨਾ ਵੱਧਦਾ ਜਾਵੇ ਅੱਗੇ ਦੀ ਅੱਗੇ, ਵੀ ਇਹਨੂੰ ਸਤਸੰਗ 'ਚ ਲੈ ਕੇ ਚੱਲੀਏ, ਇਹਨੂੰ ਸਿਮਰਨ ਕਰਾਈਏ ਤਾਂ ਕਿ ਇਹਦਾ ਰੋਗ ਠੀਕ ਹੋ ਜੇ, ਜਿਹੜਾ ਇਹਨੂੰ ਹਜੇ ਸ਼ੁਰੂ ਹੀ ਹੋਇਆ। ਬੱਚੇ ਨੂੰ ਦੇਖਿਓ ਵੀ ਉਹਨੂੰ ਬਾਹਲਾ ਗੁੱਸਾ ਨਹੀਂ ਚੜ੍ਹਦਾ, ਉਹਨੂੰ ਥੋੜ੍ਹਾ ਜਿਹਾ ਚੜ੍ਹਦਾ, ਫਿਰ ਉਹ ਛੇਤੀ ਸ਼ਾਂਤ ਹੋ ਜਾਂਦਾ ਕਿਉਂਕਿ ਹਜੇ ਰੋਗ ਜ਼ਿਆਦਾ, ਉਹਨੂੰ ਰੋਗ ਨੇ ਹਜੇ ਫੜਿਆ ਨਹੀਂ, ਹਜੇ ਥੋੜ੍ਹੇ ਥੋੜ੍ਹੇ ਲੱਛਣ ਨਹੀਂ। ਜਿਉਂ-ਜਿਉਂ ਉਮਰ ਵੱਧਦੀ, ਜਿੰਨਾ ਵੱਡਿਆਂ ਨੂੰ ਗੁੱਸਾ ਆਉਂਦਾ ਉਹਨਾਂ ਬੱਚਿਆਂ ਨੂੰ ਗੁੱਸਾ ਨਹੀਂ ਆਉਂਦਾ, ਕਿਉਂਕਿ ਜਿਉਂ-ਜਿਉਂ ਉਮਰ ਵਧੀ, ਬੱਚੇ ਤੋਂ ਜਵਾਨ ਹੋ ਗਿਆ, ਉਹ ਜਦੋਂ ਹੁਣ ਜਵਾਨ ਹੋ ਗਿਆ ਉਹਨੂੰ ਇੰਨਾ ਗੁੱਸਾ ਆਉਂਦਾ ਕਿਉਂਕਿ ਉਹ ਰੋਗ ਹੋਰ ਵੱਧ ਗਿਆ। ਪਹਿਲਾਂ ਥੋੜ੍ਹਾ ਸੀ, ਉਹ ਦਵਾਈ ਨਹੀਂ ਲਈ, ਉਹ ਹੋਰ ਵੱਧ ਗਿਆ, ਜ਼ਿਆਦਾ ਹੋ ਗਿਆ। ਪਹਿਲਾਂ ਚਿੰਤਾ ਫਿਕਰ ਘੱਟ ਹੁੰਦੇ, ਜੇ ਅਸੀਂ ਦਾਰੂ ਨਹੀਂ ਲਵਾਂਗੇ ਉਹ ਹੋਰ ਵੱਧਦੇ ਜਾਣੀ ਚਿੰਤਾ ਫਿਕਰ। ਪਹਿਲਾਂ ਦੁਵਿਧਾ ਘੱਟ ਹੁੰਦੀ, ਜੇ ਨਹੀਂ ਦਾਰੂ ਲਵਾਂਗੇ ਤਾਂ ਉਹ ਹੋਰ ਦੁਵਿਧਾ ਅੱਗੇ ਦੀ ਅੱਗੇ ਵੱਧਦੀ ਜਾਣੀ, ਵੈਰ ਵਿਰੋਧ ਵੱਧਦਾ ਹੀ ਜਾਣਾ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਬਈ ਨਾ ਸਾਨੂੰ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ, ਬਈ ਅਸੀਂ ਨਾ ਤਾਂ ਆਪ ਜੀਵ ਸਤਸੰਗਤ ਕਰਦੇ, ਨਾ ਤਾਂ ਆਪ ਉਹਨਾਂ ਨੂੰ ਭੇਦ ਹੈ ਜਿਹੜੇ ਨਹੀਂ ਸੰਗਤ ਕਰਦੇ, ਅਤੇ ਨਾ ਉਹ ਅੱਗੇ ਫਿਰ ਆਪਣੇ ਬੱਚਿਆਂ ਨੂੰ ਦੱਸਦੇ, ਕਿਉਂਕਿ ਜਦੋਂ ਆਪ ਨੂੰ ਹੀ ਨਹੀਂ ਸਾਨੂੰ ਪਤਾ ਹੋਏਗਾ ਤਾਂ ਫਿਰ ਅਸੀਂ ਅੱਗੇ ਦੱਸਾਂਗੇ ਕੀ। ਅਤੇ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਹਿਲਾਂ ਸਭ ਤੋਂ ਜਦੋਂ ਅਸੀਂ ਸੰਸਾਰ 'ਚ ਆਉਂਦੇ ਹਾਂ, ਸਾਡਾ ਗੁਰੂ ਮਾਂ ਹੈ, ਮਾਤਾ ਗੁਰੂ ਹੈ, ਫਿਰ ਪਿਤਾ ਗੁਰੂ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਗੁਰ ਪਰਮੇਸ਼ਰ ਹੈ। ਪਹਿਲਾਂ ਮਾਤਾ ਗੁਰੂ, ਫਿਰ ਪਿਤਾ ਗੁਰੂ, ਫਿਰ ਸੰਸਾਰ ਦੀ ਜੋ ਆਪਾਂ ਪੜ੍ਹਾਈ ਕਰਦੇ ਹਾਂ ਉਹ ਟੀਚਰ, ਉਹ ਗੁਰੂ, ਫਿਰ ਆਪਾਂ ਨੂੰ ਅਧਿਆਤਮਕ ਗੁਰੂ ਦੀ ਲੋੜ ਪੈਂਦੀ, ਜਿਹੜਾ ਸਾਨੂੰ ਇਹ ਸਾਰਾ ਗਿਆਨ ਦੇਵੇ, ਜਿਹੜਾ ਸਾਨੂੰ ਇਹ ਭੇਦ ਦੇਵੇ ਸਾਡੇ ਰੋਗਾਂ ਦਾ। ਮਹਾਰਾਜ ਕਹਿੰਦੇ ਵੀ ਅਸਲ ਦੇ ਵਿੱਚ ਵੈਦ ਜਿਹੜਾ ਉਹੀਓ ਸਿਆਣਾ ਹੈ, ਜਿਹੜਾ ਰੋਗ ਅਤੇ ਦਾਰੂ ਦੋਵੇਂ ਜਾਣਦਾ, ਜਿਹਨੂੰ ਦੋਵਾਂ ਦਾ ਭੇਦ। ਬਈ ਰੋਗ ਜਿਹੜਾ, ਉਹ ਰੋਗ ਵੀ ਕੀ ਹੈ ਅਤੇ ਰੋਗ ਦਾ ਦਾਰੂ ਵੀ ਕੀ ਹੈ, ਜਿਹੜਾ ਦੋਵੇਂ ਜਾਣਦਾ ਉਹਨੂੰ ਕਹਿੰਦੇ ਵੈਦ ਸਿਆਣਾ। ਅਤੇ ਇਸ ਵਾਸਤੇ ਫਿਰ ਆਪਾਂ ਨੂੰ
ਜਦੋਂ ਆਪਾਂ ਸਤਸੰਗ 'ਚ ਆਉਂਦੇ ਪਹਿਲਾਂ ਸਾਨੂੰ ਰੋਗਾਂ ਤੋਂ ਜਾਣੂ ਕਰਾਇਆ ਜਾਂਦਾ ਵੀ ਅਸਲ ਦੇ ਵਿੱਚ ਰੋਗ ਹੈ ਕੀ ਨੇ। ਪਹਿਲਾਂ ਤਾਂ ਸਿਰਫ ਸਾਨੂੰ ਇਹ ਸਰੀਰ ਦੇ ਰੋਗਾਂ ਦਾ ਹੀ ਪਤਾ ਵੀ ਸਰੀਰ ਦਾ ਕੁਝ ਦੁਖਦਾ ਹੈ, ਸਾਨੂੰ ਪਤਾ ਵੀ ਇਹਨੂੰ ਆਹ ਰੋਗ ਹੈ ਜੀ, ਇਹਦੇ ਵਾਸਤੇ ਸੰਸਾਰੀ ਡਾਕਟਰ ਹੈਗੇ, ਉਹਨਾਂ ਤੋਂ ਆਪਾਂ ਦਵਾਈ ਲੈਂਦੇ ਅਤੇ ਉਹ ਠੀਕ ਹੋ ਜਾਂਦਾ ਹੈ ਸਰੀਰ। ਪਰ ਜਿਹੜੇ ਸਾਡੇ ਮਨ ਨੂੰ ਰੋਗ ਲੱਗੇ ਉਹਨਾਂ ਦਾ ਦਾਰੂ ਇਹਨਾਂ ਡਾਕਟਰਾਂ ਪਾਸ ਨਹੀਂ, ਉਹ ਸਾਨੂੰ ਇਹ ਤੋਂ ਦਾਰੂ ਨਹੀਂ ਦੇ ਸਕਦੇ। ਜਿਵੇਂ ਹੁਣ ਆਪਣੇ ਅੰਦਰ ਗੁੱਸਾ ਆਉਂਦਾ, ਆਪਾਂ ਕੀ ਵੀ ਇਹ ਗੁੱਸਾ ਸ਼ਾਂਤ ਹੋ ਜਾਵੇ, ਇਹ ਤੋਂ ਕੋਈ ਦਵਾਈ ਦੇ ਦਿਓ, ਇਹ ਤੋਂ ਕੋਈ ਦਵਾਈ ਨਹੀਂ। ਸਾਡੇ ਅੰਦਰ ਵੈਰ ਵਿਰੋਧ ਹੈ, ਈਰਖਾ ਨਫ਼ਰਤ ਹੈ, ਇਹ ਤੋਂ ਕੋਈ ਦਾਰੂ ਲੈ ਲਈਏ, ਉਹ ਨਹੀਂ ਦਾਰੂ ਦੇ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਖੁਦ ਹੈ। ਜਿਹੜੇ ਡਾਕਟਰ ਨੇ ਉਹਨਾਂ ਦੇ ਅੰਦਰ ਵੀ ਵੈਰ ਵਿਰੋਧ ਹੈ, ਉਹਨਾਂ ਦੇ ਅੰਦਰ ਵੀ ਈਰਖਾ ਨਫ਼ਰਤ ਉਵੇਂ ਹੀ ਬਰਕਰਾਰ ਹੈ ਕਿਉਂਕਿ ਉਹਨਾਂ ਨੇ ਸਿਰਫ ਸੰਸਾਰ ਦੀ ਪੜ੍ਹਾਈ ਕੀਤੀ ਹੈ, ਇਹ ਅੰਦਰ ਦਾ ਉਹਨਾਂ ਨੂੰ ਵੀ ਨਹੀਂ ਪਤਾ ਬਈ ਸਾਡਾ ਜਿਹੜਾ ਮਨ ਹੈ, ਮਨ ਉਹਨਾਂ ਦਾ ਵੀ ਰੋਗੀ, ਉਹਨਾਂ ਦੇ ਅੰਦਰ ਵੀ ਵੈਰ ਵਿਰੋਧ ਹੈ, ਉਹਨਾਂ ਦੇ ਅੰਦਰ ਵੀ ਧੜੇ ਬਣੇ ਹੋਏ ਨੇ, ਉਹ ਵੀ ਇੱਕ ਦੂਸਰੇ ਨਾਲ ਈਰਖਾ ਨਫ਼ਰਤ ਕਰਦੇ, ਤੇਰ ਮੇਰ ਕਰਦੇ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਿਹੜਾ ਵੈਦ ਹੈ ਸੰਸਾਰੀ, ਉਹ ਕਹਿੰਦਾ ਵੀ ਮੇਰੇ ਪਾਸ ਦਾਰੂ ਹੈ ਵੀ ਮੈਂ ਜੀਵ ਨੂੰ ਮਰਨ ਨਹੀਂ ਦਿੰਦਾ, ਅਤੇ ਮਹਾਰਾਜ ਕਹਿੰਦੇ ਇਹ ਤੇਰੇ ਵੱਸ ਨਹੀਂ ਹੈ ਵੀ ਜੋ ਕਿਸੇ ਨੂੰ ਬਚਾ ਸਕੇ, ਕਿਉਂਕਿ ਸਵਾਸ ਦੇਣ ਵਾਲਾ ਸਾਨੂੰ ਮਾਲਕ ਹੈ ਵਾਹਿਗੁਰੂ, ਉਹਨੇ ਸਾਨੂੰ ਗਿਣਤੀ ਦਾ ਸਮਾਂ ਦਿੱਤਾ ਹੈ ਸਵਾਸ, ਜਦ ਤੱਕ ਉਹ ਆਪ ਸਾਡੇ ਸਵਾਸ ਰੁਕਦਾ ਨਹੀਂ ਉਹਨਾਂ ਸਮਾਂ ਅਸੀਂ ਕਿਤੇ ਜਾਂਦੇ ਨਹੀਂ ਹੈ, ਅਸੀਂ ਮਰਨ ਨਹੀਂ ਲੱਗੇ। ਮਹਾਰਾਜ ਕਹਿੰਦੇ ਜਿਸ ਕੇ ਸਾਸ ਨ ਕੱਢ ਤਾਪ ਤਾਕੋ ਰੱਖ ਦੇ ਕਰ ਹੱਥ। ਮਹਾਰਾਜ ਕਹਿੰਦੇ ਜਦ ਤੱਕ ਮੈਂ ਆਪ ਨਹੀਂ ਸਾਹ ਰੋਕਦਾ ਉਹਨਾਂ ਸਮਾਂ ਮੈਂ ਹੱਥ ਦੇ ਕੇ ਰੱਖ ਲੈਂਦਾ, ਅਤੇ ਜਦੋਂ ਸਾਡਾ ਸਮਾਂ ਖਤਮ ਹੋ ਗਿਆ ਅਤੇ ਫਿਰ ਸਾਨੂੰ ਕੋਈ ਰੱਖ ਹੀ ਨਹੀਂ ਸਕਦਾ। ਤਾਂਹੀਓ ਮਹਾਰਾਜ ਕਹਿੰਦੇ ਵੀ ਵੈਦ ਕਹਿੰਦਾ ਮੈਂ ਭਲਾ ਬਈ ਮੇਰੇ ਕੋਲ ਦਾਰੂ ਹੈ, ਮੈਂ ਮਰਨ ਨਹੀਂ ਦਿੰਦਾ, ਅਤੇ ਸਤਿਗੁਰੂ ਕਹਿੰਦੇ ਇਹ ਵਸਤੂ ਮਾਲਕ ਦੀ ਹੈ ਅਤੇ ਉਹ ਤਾਂ ਜਦੋਂ ਮਰਜ਼ੀ ਇਹਦੇ ਵਿੱਚੋਂ ਕੱਢ ਲਵੇ। ਮਹਾਰਾਜ ਕਹਿੰਦੇ ਕਬੀਰ ਵੈਦ ਕਹੇ ਹੋ ਹੀ ਭਲਾ, ਦਾਰੂ ਮੇਰੇ ਵਸ ਇਹ ਤੋਂ ਵਸਤ ਗੋਪਾਲ ਕੀ ਜਦ ਭਾਵੇ ਲੈ ਖਸ। ਵੀ ਇਹਦੇ ਵਿੱਚ ਜਿਹੜੀ ਜੋਤ ਉਹ ਮਾਲਕ ਦੀ ਹੈ, ਜਦੋਂ ਮਰਜ਼ੀ ਉਹ ਖਿੱਚ ਲਵੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸਲ ਜਿਹੜੇ ਰੋਗ ਉਹ ਇਸ ਸਰੀਰ ਨੂੰ ਨਹੀਂ ਹੈ, ਉਹ ਸਾਡੇ ਮਨ ਨੂੰ, ਮਨ ਨੂੰ ਸਾਡੇ ਨੂੰ ਪਹਿਲਾਂ ਰੋਗ ਲੱਗਦਾ ਹੈ, ਫਿਰ ਇਹ ਸਰੀਰ ਦੇ ਵਿੱਚ ਰੋਗ ਪ੍ਰਵੇਸ਼ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਆਪਾਂ ਨੂੰ 550 ਸਾਲ ਪਹਿਲਾਂ ਦੱਸੀ ਗੁਰਬਾਣੀ ਗੁਰੂ ਵਿੱਚ, ਬਈ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਉਸ ਤੋਂ ਬਾਅਦ ਦੇ ਵਿੱਚ ਸਾਡਾ ਤਨ ਰੋਗੀ ਹੁੰਦਾ। ਹੁਣ ਮਨ ਸਾਡਾ ਕਾਹਤੋਂ ਰੋਗੀ ਹੁੰਦਾ ਸਾਨੂੰ ਇਹ ਵੀ ਦੱਸਿਆ, ਅਤੇ ਫਿਰ ਇਹ ਮਨ ਦਾ ਦਾਰੂ ਕੀ ਹੈ, ਮਨ ਦਾ ਇਲਾਜ ਕੀ ਹੈ, ਸਾਨੂੰ ਇਹ ਵੀ ਦੱਸਿਆ ਗੁਰੂ ਨਾਨਕ ਦੇਵ ਜੀ। ਮਹਾਰਾਜ ਕਹਿੰਦੇ ਵੀ ਮਨ ਨੂੰ ਰੋਗ ਤਾਂ ਲੱਗਦਾ ਹੈ ਕਿਉਂਕਿ ਇੱਥੇ ਆਪਣੇ ਪਤੀ ਨੂੰ ਖਸਮ ਨੂੰ ਵਿਸਾਰ ਕੇ ਇਹ ਇੱਧਰ ਰਸਾਂ ਦੇ ਵਿੱਚ ਪੈ ਜਾਂਦਾ, ਮਾਇਆ ਦੇ ਨਾਲ ਇੰਨਾ ਪਿਆਰ ਪਾ ਲੈਂਦਾ ਹੈ ਬਈ ਮਾਲਕ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ, ਅਤੇ ਇਸ ਕਰਕੇ ਫਿਰ ਇਹਨੂੰ ਰੋਗ ਲੱਗਦੇ ਮਨ ਨੂੰ। ਅਤੇ ਐਸੇ ਰੋਗ ਲੱਗਦੇ ਜਿਨ੍ਹਾਂ ਦਾ ਫਿਰ ਇਹ ਵੈਦ ਸੰਸਾਰ ਦੇ ਡਾਕਟਰ ਕੋਈ ਦਾਰੂ ਨਹੀਂ ਦੇ ਸਕਦੇ, ਕੋਈ ਇਲਾਜ ਨਹੀਂ ਕਰ ਸਕਦੇ ਇਹਨਾਂ 'ਚ। ਮਾਰੇ ਫਰਮਾਉਂਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਈ। ਬਈ ਇਹ ਮਨ ਨੂੰ ਸਜ਼ਾ ਹੈ ਕਿਉਂਕਿ ਮਨ ਸੀ ਜਿਹੜਾ ਉਹ ਪਰਮੇਸ਼ਰ ਨੂੰ ਭੁੱਲ ਗਿਆ, ਪਰਮਾਤਮਾ ਨੂੰ ਭੁੱਲ ਗਿਆ, ਤਾਂ ਕਰਕੇ ਰੋਗ ਲੱਗ ਗਿਆ। ਅਤੇ ਰੋਗ ਜਿਹੜਾ
ਉਹ ਸਾਡੇ ਲਈ ਦਾਰੂ ਬਣ ਜਾਂਦਾ ਜੇ ਅਸੀਂ ਰੋਗ 'ਚ ਪਰਮਾਤਮਾ ਦਾ ਸਿਮਰਨ ਕਰਨ ਲੱਗ ਜੀ। ਇਸ ਲਈ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਏ। ਬਈ ਜੇ ਤਾਂ ਅਸੀਂ ਸੁਖੀ ਹਾਂ, ਸੁੱਖਾਂ ਦੇ ਵਿੱਚ ਅਸੀਂ ਮਾਲਕ ਨੂੰ ਹੀ ਭੁੱਲੇ ਬੈਠੇ ਹਾਂ, ਅਤੇ ਸਮਝ ਲਓ ਸੁੱਖ ਹੀ ਸਾਡੇ ਲਈ ਰੋਗ ਬਣ ਗਈ। ਜਿਹਨੂੰ ਸੰਸਾਰ ਦੇ ਵਿੱਚ ਜੀਵ ਸੁੱਖ ਸਮਝ ਕੇ ਮੰਗਦਾ ਵੀ ਮੇਰੀ ਆਹ ਇੱਛਾ ਪੂਰੀ ਹੋ ਜੇ, ਮੇਰੀ ਆਹ ਮੰਗ ਪੂਰੀ ਹੋ ਜੇ, ਜੇ ਉਹ ਸਾਡੀ ਮੰਗ ਇੱਛਾ ਪੂਰੀ ਹੋ ਵੀ ਜਾਂਦੀ ਹੈ ਅਤੇ ਅਸੀਂ ਪਰਮੇਸ਼ਰ ਨੂੰ ਭੁੱਲੇ ਹਾਂ, ਅਤੇ ਉਹ ਸੁੱਖ ਨਹੀਂ, ਉਹ ਦੁੱਖ ਹੈ। ਕਿਉਂਕਿ ਉਹ ਅਸੀਂ ਦੁੱਖ ਇਕੱਠਾ ਕਰ ਲਿਆ ਅਤੇ ਉਹ ਦੁੱਖ ਸੁੱਖ ਹੀ ਸਾਡੇ ਲਈ ਦੁੱਖ ਬਣ ਗਿਆ, ਕਿਉਂਕਿ ਉਹਨੇ ਸਾਨੂੰ ਪਰਮਾਤਮਾ ਨੂੰ ਭੁਲਾ ਦਿੱਤਾ। ਅਤੇ ਜੇ ਸਾਡੇ 'ਤੇ ਦੁੱਖ ਆ ਗਏ, ਦੁੱਖ ਦੇ ਵਿੱਚ ਅਸੀਂ ਪਰਮਾਤਮਾ ਦੇ ਨਾਲ ਜੁੜ ਗਏ, ਉਹ ਦੁੱਖ ਨਹੀਂ, ਉਹ ਤਾਂ ਦਾਰੂ ਬਣ ਗਿਆ ਸਾਡੇ ਵਾਸਤੇ। ਇਸ ਵਾਸਤੇ ਸੰਸਾਰ ਦਾ ਜਿਹੜਾ ਖੇਲ ਹੈ ਤਾਂ ਸਾਰਾ ਪੁੱਠਾ ਚੱਲਦਾ, ਉਲਟ ਹੈ। ਅਤੇ ਗੁਰਬਾਣੀ ਗੁਰੂ 'ਚ ਆਪਾਂ ਨੂੰ ਸਿੱਧਾ ਦੱਸੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਤਾਂ ਅਸੀਂ ਪਰਮਾਤਮਾ ਨੂੰ ਭੁੱਲੇ ਬੈਠੇ ਹਾਂ, ਅਤੇ ਫਿਰ ਸੰਸਾਰ ਦਾ ਅਸੀਂ ਕਿੰਨੇ ਵੀ ਸੁੱਖ ਸਾਧਨ ਇਕੱਠੇ ਕੀਤੇ ਨੇ, ਉਹ ਸਾਰੇ ਸਾਡੇ ਵਾਸਤੇ ਰੋਗੀ, ਉਹ ਸਾਰੇ ਸਾਡੇ ਵਾਸਤੇ ਦੁਖੀ ਨੇ। ਅਸੀਂ ਦੁਖੀ ਇਕੱਠੇ ਕੀਤੇ ਹੋਏ। ਅਤੇ ਜੇ ਸਾਨੂੰ ਪਰਮਾਤਮਾ ਚੇਤੇ, ਵਾਹਿਗੁਰੂ ਸਾਨੂੰ ਚੇਤੇ ਹੈ ਮਾਲਕ, ਅਤੇ ਫਿਰ ਸਰੀਰ ਕਰਕੇ ਚਾਹੇ ਸਾਨੂੰ ਰੋਗ ਵੀ ਲੱਗ ਗਏ, ਅਤੇ ਉਹ ਰੋਗ ਵੀ ਸਾਡੇ ਵਾਸਤੇ ਦਾਰੂ, ਉਹ ਦੁੱਖ ਵੀ ਸਾਡੇ ਵਾਸਤੇ ਸੁੱਖ 'ਚ ਬਦਲ ਗਿਆ, ਕਿਉਂਕਿ ਉਹਨੇ ਸਾਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ। ਇਸ ਵਾਸਤੇ ਫਿਰ ਆਪਾਂ ਜਦੋਂ ਗੁਰੂ ਦੀ ਮੱਤ ਲੈਂਦੇ, ਆਪਣਾ ਸਾਰਾ ਖੇਲ ਹੀ ਉਲਟ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਉਲਟੀ ਭਈ। ਬਈ ਜਦੋਂ ਫਿਰ ਗੁਰਮੁਖਾਂ ਨੂੰ ਕੋਈ ਦੁੱਖ ਆਉਂਦਾ, ਉਹ ਦੁੱਖ ਨੂੰ ਵੀ ਦਾਰੂ ਸਮਝਦੇ ਅਤੇ ਉਹ ਦੁੱਖ ਨੂੰ ਵੀ ਮਾਲਕ ਦੀ ਦਾਤ ਸਮਝਦੀ। ਬਈ ਇਹ ਵੀ ਤੇਰੀ ਦਾਤ ਹੈ, ਜੇ ਤੂੰ ਇਹ ਸਾਨੂੰ ਕੋਈ ਤਕਲੀਫ, ਕੋਈ ਦੁੱਖ ਦਿੱਤਾ ਹੈ, ਉਹ ਤਾਈਓ ਦਿੱਤਾ ਹੋਣਾ ਵੀ ਤਾਂ ਅਸੀਂ ਤੇਰੇ ਨਾਲ ਜੁੜ ਜਾਈਏ। ਇਸ ਵਾਸਤੇ ਫਿਰ ਗੁਰਮੁਖ ਉਹ ਦੁੱਖ ਨੂੰ ਵੀ ਕਹਿੰਦੇ ਇਹ ਵੀ ਦਾਤ ਤੇਰੀ ਦਾਤਾਰ, ਇਹ ਵੀ ਤੇਰੀ ਦਾਤ। ਉਹ ਇਹ ਨਹੀਂ ਵੀ ਉਹ ਗਿਲਾ ਨਹੀਂ ਕਰਦੇ, ਉਹ ਰੋਸ ਨਹੀਂ ਕਰਦੇ, ਉਹ ਇਹ ਨਹੀਂ ਕਹਿੰਦੇ ਵੀ ਸਾਨੂੰ ਕਾਹਤੋਂ ਲੱਗ ਗਿਆ ਜੀ, ਸਾਨੂੰ ਤਕਲੀਫ ਕਾਹਤੋਂ ਆ ਗਈ। ਉਹ ਦੁੱਖ ਦੇ ਵਿੱਚ ਵੀ ਸੁਖੀ ਨੇ, ਕਿਉਂਕਿ ਉਹਨਾਂ ਨੂੰ ਦੁੱਖ ਸੁੱਖ ਦੋਵੇਂ ਇੱਕ ਸਮਾਨ ਨਹੀਂ। ਆਈਆਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਅਸੀਂ ਇਹ ਅਵਸਥਾ ਬਣਾਉਣੀ ਆਪਣੇ ਮਨ ਦੀ, ਵੀ ਜੇ ਦੁੱਖ ਆ ਗਿਆ ਤਾਂ ਵੀ ਮਾਲਕ ਨੂੰ ਧਿਆਉਣਾ, ਸੁੱਖ 'ਚ ਵੀ ਉਹਨੂੰ ਧਿਆਉਣਾ। ਅਤੇ ਇਹ ਸਾਡੇ ਮਨ ਦੀ ਅਵਸਥਾ ਬਣ ਜੇ ਤਾਂ ਬਣੇਗੀ ਜੇ ਸਾਡਾ ਮਨ ਇਹਨਾਂ ਤਰ੍ਹਾਂ ਗੁਣਾਂ ਤੋਂ ਉੱਪਰ ਉੱਠ ਜੇਗਾ, ਸਹਿਜ ਵਿੱਚ ਆ ਜੇਗਾ। ਇਸ ਲਈ ਮਹਾਰਾਜ ਕਹਿੰਦੇ ਜੇ ਸੁੱਖ ਦੇਤਾ ਤੁਝੇ ਧਿਆਈ, ਦੁੱਖ ਵੀ ਤੁਝੇ ਅਰਾਧੀ। ਬਈ ਤੈਨੂੰ ਦੁੱਖ 'ਚ ਵੀ ਅਸੀਂ ਤੇਰੀ ਅਰਾਧਨਾ ਕਰਨੀ, ਸੁੱਖ 'ਚ ਵੀ ਤੇਰੀ ਅਰਾਧਨਾ ਕਰਨੀ। ਜੇ ਸੁੱਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਤਾ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਵੀ ਐਸੀ ਮਨ ਦੀ ਅਵਸਥਾ ਦੁੱਖ 'ਚ ਵੀ ਸੁੱਖ। ਇਹ ਫਿਰ ਆਪਾਂ ਨੂੰ ਗੁਰਮੁਖਾਂ ਨੇ ਦਿਖਾਇਆ, ਜੋ ਆਪਾਂ ਇਤਿਹਾਸ ਦੇਖਦੇ ਹਾਂ, ਗੁਰਸਿੱਖ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ, ਜਦੋਂ ਮਨ ਆਪਣਾ ਸਹਿਜ ਵਿੱਚ ਚਲਾ ਜਾਂਦਾ, ਨਾਮ ਦੇ ਨਾਲ ਜੁੜ ਜਾਂਦਾ, ਇਹ ਸੰਸਾਰ ਦੇ ਦੁੱਖਾਂ ਸੁੱਖਾਂ ਤੋਂ ਉੱਪਰ ਚਲਾ ਜਾਂਦਾ। ਫਿਰ ਉਹਨਾਂ ਗੁਰਮੁਖਾਂ ਨੂੰ ਸਰੀਰ ਕਰਕੇ ਚਾਹੇ ਕਿੰਨੇ ਵੀ ਤਸੀਹੇ ਦਿੱਤੇ ਗਏ, ਕਿੰਨੇ ਵੀ ਕਸ਼ਟ ਦਿੱਤੇ ਗਏ, ਪਰ ਉਹਨਾਂ ਦਾ ਮਨ ਸੀ ਜਿਹੜਾ ਮਨ ਨਾਲ ਦੁਖੀ ਹੋਇਆ। ਮਨ ਨੂੰ ਦੁੱਖ ਨਹੀਂ ਲੱਗਦਾ ਕਿਉਂਕਿ ਮਨ ਤੋਂ ਉੱਪਰ ਉੱਠ ਗਏ। ਇਸ ਵਾਸਤੇ ਫਿਰ ਇਹੋ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਇਹਨਾਂ ਨੂੰ ਸਮ ਕਰ ਕੀ ਚੱਲਣਾ, ਦੁੱਖਾਂ ਸੁੱਖਾਂ ਨੂੰ, ਪਾਪ ਪੁੰਨ ਨੂੰ,
ਇਹ ਸਾਮਤ ਆਈਆਂ ਹੋਣਗੇ ਜੇ ਅਸੀਂ ਸਹਿਜ ਵਿੱਚ ਆਵਾਂਗੇ, ਤਾਂ ਸਾਡਾ ਮਨ ਸਹਿਜ ਵਿੱਚ ਆਏਗਾ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ 'ਚ ਜਾਂਦੇ ਹਾਂ, ਉੱਥੇ ਆਪਾਂ ਨੂੰ ਆਹ ਸੰਸਾਰ ਦਾ ਦੁੱਖ ਸੁੱਖ ਹੈ ਜਿਹੜਾ ਇਹ ਵਿਆਪਦਾ ਨਹੀਂ, ਇਹ ਲੱਗਦਾ ਨਹੀਂ। ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਾਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬਈ ਜਿੱਥੇ ਆਤਮਾ ਦਾ ਪ੍ਰਕਾਸ਼ ਹੈ ਸਾਡੇ ਘਰ ਦੇ ਵਿੱਚ, ਸਹਿਜ ਵਿੱਚ, ਉੱਥੇ ਸਾਡੇ ਮਨ ਨੂੰ ਦੁੱਖ ਸੁੱਖ ਨਹੀਂ ਲੱਗਦਾ। ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਚਲਾ ਗਿਆ, ਕਿਉਂਕਿ ਇਹ ਦੁੱਖ ਸੁੱਖ ਜਿਹੜੇ ਇਹ ਵਿਚਾਰਾਂ 'ਚ ਨੇ। ਤ੍ਰੈ ਗੁਣਾਂ ਦੇ ਵਿੱਚ ਜਿਹੜੇ ਇਹ ਦੁੱਖ ਸੁੱਖ ਇਹ ਆਰਜੀ ਨੇ, ਇਹ ਮਿਥੇ ਹੋਏ ਨੇ, ਮਤਲਬ ਇਹ ਸਦਾ ਵਾਲੇ ਨਹੀਂ, ਇਹ ਸਦਾ ਰਹਿਣ ਵਾਲੇ ਨਹੀਂ। ਜੇ ਸੁੱਖ ਹੈ ਤਾਂ ਸੁੱਖ ਵੀ ਸਦਾ ਨਹੀਂ ਰਹਿੰਦਾ, ਇਹ ਬਦਲਦਾ ਰਹਿੰਦਾ। ਕਦੇ ਸੁੱਖ ਆ ਗਿਆ, ਕਦੇ ਦੁੱਖ ਆ ਗਿਆ, ਫਿਰ ਸੁੱਖ ਆ ਗਿਆ, ਫਿਰ ਦੁੱਖ ਆ ਗਿਆ, ਇਹ ਬਦਲਦਾ ਰਹਿੰਦਾ ਹੈ ਥੋੜ੍ਹੇ ਥੋੜ੍ਹੇ ਸਮੇਂ ਬਾਅਦ। ਕਿਉਂਕਿ ਵਿਚਾਰ ਨੇ ਸਾਡੇ, ਅਸੀਂ ਵਿਚਾਰਾਂ 'ਚ ਦੁਖੀ ਹਾਂ। ਜਿਵੇਂ ਹੋਰ ਸਾਡੇ ਮਨ ਨੂੰ ਕੋਈ ਦੁੱਖ ਨਹੀਂ ਹੈ, ਜਦੋਂ ਅਸੀਂ ਦਿਨ ਦੇ ਸਮੇਂ ਆਉਂਦੇ ਇਸ ਲੋਕ ਦੇ ਵਿੱਚ ਆ ਕੇ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਭਰਮ ਦੇ ਵਿੱਚ ਸੌਂ ਜਾਂਦਾ, ਉਦੋਂ ਫਿਰ ਇਹ ਦੁਖੀ ਹੁੰਦਾ, ਭਰਮ ਦੇ ਵਿੱਚ ਦੁੱਖ। ਜੇ ਸਾਡਾ ਮਨ ਜਾਗਦਾ ਰਹੇ, ਇਹ ਭਰਮ ਦੇ ਵਿੱਚ ਨਾ ਜਾਵੇ, ਤੇ ਫਿਰ ਇਹਨੂੰ ਕੋਈ ਦੁੱਖ ਕੀ ਹੈ? ਅਸੀਂ ਮਾਨਸਿਕ ਤੌਰ 'ਤੇ ਦੁਖੀ ਹਾਂ, ਅਤੇ ਦੁੱਖ ਅਸੀਂ ਖੁਦ ਹੀ ਪੈਦਾ ਕੀਤੇ ਹੋਏ ਵਿਚਾਰ ਲੈ ਲੈ ਕੇ, ਫੁਰਨੇ ਲੈ ਲੈ ਕੇ, ਉਹ ਅਸੀਂ ਦੁਖੀ ਹੋਈ ਜਾਂਦੇ ਹਾਂ। ਜਿਵੇਂ ਹੁਣ ਇਕੱਲਾ ਜੀ ਬੈਠਾ ਹੈ, ਉਹ ਇਕੱਲਾ ਹੀ ਦੁਖੀ ਹੋਈ ਜਾਂਦਾ। ਕਾਹਤੋਂ? ਕਿਉਂਕਿ ਉਹ ਵਿਚਾਰ ਲਈ ਜਾਂਦਾ, ਵਿਚਾਰਾਂ ਦੇ ਵਿੱਚ ਉਹ ਦੁਖੀ ਹੋਈ ਜਾਂਦਾ ਅੰਦਰੋਂ ਹੀ। ਔਰ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਵਿਚਾਰਾਂ ਦੇ ਵਿੱਚ ਦੁੱਖ, ਫੁਰਨਿਆਂ ਦੇ ਵਿੱਚ ਦੁੱਖ, ਤੁਸੀਂ ਵਿਚਾਰ ਨਾ ਲਓ, ਤੁਸੀਂ ਇਹਨਾਂ ਵਿਚਾਰਾਂ ਨੂੰ ਬੰਦ ਕਰ ਦਿਓ, ਤੁਸੀਂ ਇਹਨਾਂ ਵਿਚਾਰਾਂ ਨੂੰ ਰੋਕ ਦਿਓ, ਅਤੇ ਕੋਈ ਦੁੱਖ ਨਹੀਂ ਹੋਏਗਾ ਆਪਾਂ ਨੂੰ। ਹੁਣ ਇਹਨਾਂ ਵਿਚਾਰਾਂ ਨੂੰ ਰੋਕਣਾ, ਇਹ ਫਿਰ ਰੋਕਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਂਦਾ, ਸ਼ਬਦ ਦੀ ਕਮਾਈ ਕਰਨੀ ਪੈਂਦੀ। ਇਹ ਉੱਦਾਂ ਨਹੀਂ ਰੁਕਦੀ। ਜਿਵੇਂ ਹੁਣ ਆਪਾਂ ਤਾਂ ਕਹਿ ਦਿੱਤਾ, ਗੁਰੂ ਸਾਹਿਬ ਨੇ ਆਪਾਂ ਨੂੰ ਕਹਿ ਦਿੱਤਾ ਵੀ ਵਿਚਾਰ ਰੋਕ ਦਿਓ, ਵਿਚਾਰ ਮਾਰ ਦਿਓ। ਜੇ ਤੁਸੀਂ ਵਿਚਾਰ ਮਾਰ ਲਏ, ਤੁਸੀਂ ਆਪ ਵੀ ਤਰ ਜਾਓਗੇ, ਤੁਸੀਂ ਆਪਦੇ ਹੋਰ ਪਰਿਵਾਰ ਦੇ ਮੈਂਬਰ, ਹੋਰ ਸੰਗੀ ਸਾਥੀ, ਉਹਨਾਂ ਨੂੰ ਵੀ ਤਾਰ ਲਓਗੇ, ਅਤੇ ਦੁਬਾਰਾ ਉਲਟ ਕੇ ਵਾਪਸ ਜੂਨਾਂ 'ਚ ਨਹੀਂ ਆਓਗੇ ਜੇ ਤੁਸੀਂ ਆਪਦੇ ਵਿਚਾਰ ਰੋਕ ਲਏ। ਮਾਰੇ ਫਰਮਾਉਂਦੇ ਵਿਚਾਰ ਮਾਰੇ, ਤਾਰੇ ਤਾਰੇ ਉਲਟ ਜੂਨ ਨਾ ਆਵੇ। ਮਾਰੇ ਨੇ ਤਾਂ ਸਾਨੂੰ ਇੰਨਾ ਕੁ ਚੀਜ਼ ਕਲੀਅਰ ਕਰਤਾ ਵੀ ਵਿਚਾਰਾਂ ਨੂੰ ਰੋਕ ਲਓ, ਅਤੇ ਤੁਸੀਂ ਆਪ ਵੀ ਤਰ ਜਾਓਗੇ ਅਤੇ ਹੋਰਾਂ ਨੂੰ ਵੀ ਨਾਲ ਤਾਰ ਲਓਗੇ। ਪਰ ਜੇ ਹੁਣ ਆਪਾਂ ਇਹ ਗੱਲ ਨੂੰ ਪ੍ਰੈਕਟੀਕਲ 'ਚ ਲੈ ਕੇ ਆਈਏ, ਵਿਚਾਰ ਰੋਕਣ ਲੱਗੀਏ, ਤਾਂ ਉਹ ਇੱਦਾਂ ਰੋਕਦੇ ਨਹੀਂ ਗੱਲਾਂ ਬਾਤਾਂ ਨਾਲ ਵਿਚਾਰ। ਜੇ ਅਸੀਂ ਆਖੀਏ ਵੀ ਇੱਕਦਮ ਸਾਡੇ ਵਿਚਾਰ ਰੁਕ ਜਾਣ, ਉਹ ਰੁਕਣੇ ਨਹੀਂ, ਸਾਨੂੰ ਅਭਿਆਸ ਕਰਨਾ ਪੈਣਾ ਉਹਦੇ ਵਾਸਤੇ। ਕਿਉਂਕਿ ਵਿਚਾਰ ਸਾਨੂੰ ਦ੍ਰਿੜ ਹੀ ਇੰਨੇ ਹੋ ਗਏ, ਉਹ ਰੁਕਦੇ ਹੀ ਨਹੀਂ, ਆਪ ਮੁਹਾਰੀ ਚੱਲੀ ਜਾਂਦੇ ਆਪਦੇ ਆਪ। ਹੌਲੀ ਵਿਚਾਰ ਵੀ ਜਿਹੜੇ ਇਹ ਇੱਕਦਮ ਨਹੀਂ ਸਾਡੇ ਅੰਦਰ ਚੱਲਣ ਲੱਗੇ, ਇਹਨਾਂ ਨੂੰ ਅਸੀਂ ਪੂਰਾ ਦ੍ਰਿੜ ਕੀਤਾ। ਜਿਉਂ ਆਪਾਂ ਸੁਰਤ ਸੰਭਾਲੀ ਹੈ, ਅਸੀਂ ਇਹ ਵਿਚਾਰਾਂ ਨੂੰ ਹੀ ਦ੍ਰਿੜ ਕਰਦੇ ਆ ਰਹੇ। ਇਹ ਵਿਚਾਰ ਕਰਮ ਹੈ ਸਾਡੇ ਮਨ ਦੇ, ਇਹ ਕਰਮਾਂ ਨੂੰ ਅਸੀਂ ਦ੍ਰਿੜ ਕਰਦੇ ਆ ਰਹੇ। ਇਹ ਕਰਮ ਅਸੀਂ ਪੂਰੇ ਪੱਕੇ ਕਰ ਲਏ। ਉਹ ਇੰਨੇ ਕਰਮ ਸਾਡੇ ਪੱਕੇ ਹੋ ਗਏ ਵੀ ਹੁਣ ਸਾਨੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ। ਵਿਚਾਰ ਲੈਣ, ਉਹ ਆਪਦੇ ਆਪ ਹੀ ਚੱਲੀ ਜਾਂਦੇ ਫੁਰਨ, ਉਹ ਰੁਕਦੇ ਹੀ ਨਹੀਂ ਵਿਚਾਰ, ਉਹ ਆਪ ਮੁਹਾਰੀ ਚੱਲੀ ਜਾਂਦੀ। ਔਰ ਇਹ ਜਿਹੜੇ ਵਿਚਾਰ ਇਹਨਾਂ ਨੂੰ ਅਸੀਂ ਪੂਰਾ ਦ੍ਰਿੜ ਕੀਤਾ ਅਤੇ ਫਿਰ ਚੱਲਣ ਲੱਗੇ। ਹੁਣ ਮਹਾਰਾਜ ਕਹਿੰਦੇ ਵੀ ਜਿਵੇਂ ਤੁਸੀਂ ਇਹਨਾਂ ਵਿਚਾਰਾਂ ਨੂੰ ਦ੍ਰਿੜ ਕੀਤਾ, ਫੁਰਨਿਆਂ ਨੂੰ, ਇਸੇ ਤਰ੍ਹਾਂ ਹੁਣ ਇਹ ਤੁਸੀਂ ਗੁਰਮੰਤਰ ਨੂੰ ਦ੍ਰਿੜ ਕਰੋ, ਤੁਸੀਂ ਵਾਹਿਗੁਰੂ ਨੂੰ ਦ੍ਰਿੜ ਕਰੋ।
ਜਦੋਂ ਸਾਨੂੰ ਇਹ ਪੂਰਾ ਦ੍ਰਿੜ ਹੋ ਜਾਏਗਾ, ਸਾਡੇ ਹਿਰਦੇ 'ਚ ਵਸ ਜਾਏਗਾ, ਫਿਰ ਜਿਵੇਂ ਸਾਡੇ ਅੰਦਰ ਵਿਚਾਰ ਚੱਲਦੇ ਆਪ ਮੁਹਾਰੇ, ਫਿਰ ਉਹੀਓ ਆਪ ਮੁਹਾਰੇ ਸਾਡੇ ਸਿਮਰਨ ਚੱਲਣ ਲੱਗ ਜਾਏਗਾ। ਚਾਹੇ ਅਸੀਂ ਮੁੱਖ ਤੋਂ ਨਾ ਵੀ ਬੋਲੀਏ, ਉਹ ਸਿਮਰਨ ਤਾਂ ਵੀ ਚੱਲੀ ਜਾਣਾ। ਜਿਵੇਂ ਹੁਣ ਆਪਾਂ ਕਈ ਵਾਰ ਚੁੱਪ ਕੀਤਾ ਜੀ ਬੈਠਾ ਹੈ, ਹੁਣ ਉਹ ਜ਼ਰੂਰੀ ਨਹੀਂ ਵੀ ਉਹ ਚੁੱਪ ਕੀਤਾ ਬੈਠਾ, ਉਹਦਾ ਅੰਦਰੋਂ ਤਾਂ ਬੋਲੀ ਜਾ ਰਿਹਾ, ਸਿਰਫ ਉਹਦਾ ਮੂੰਹ ਹੀ ਚੁੱਪ ਹੈ, ਅੰਦਰੋਂ ਮਨ ਤਾਂ ਚੁੱਪ ਹੋਇਆ ਨਹੀਂ। ਮਨ ਤਾਂ ਵਿਚਾਰ ਫੁਰਨੇ ਲਈ ਜਾਂਦਾ, ਉਹ ਵਿਚਾਰ ਫੁਰਨੇ ਲਗਾਤਾਰ ਚੱਲੀ ਜਾਂਦੇ ਉੱਥੇ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਮੁੱਖ ਬੰਦ ਕਰਕੇ ਇਹ ਵਿਚਾਰ ਸਾਡੇ ਅੰਦਰ ਚੱਲ ਸਕਦੇ ਆਪ ਮੁਹਾਰੇ, ਇਸੇ ਤਰ੍ਹਾਂ ਸਾਡੇ ਅੰਦਰ ਸਿਮਰਨ ਵੀ ਚੱਲ ਸਕਦਾ। ਜੇ ਅਸੀਂ ਮੁੱਖ ਤੋਂ ਚੁੱਪ ਕਰੇ ਬੈਠੇ ਹਾਂ ਅਤੇ ਉਹ ਸਾਡੇ ਅੰਦਰ ਸਿਮਰਨ ਚੱਲੀ ਜਾਣਾ। ਜੇ ਸਾਨੂੰ ਇਹ ਦ੍ਰਿੜ ਹੋਇਆ, ਜੇ ਅਸੀਂ ਪਰਪੱਕ ਕੀਤਾ, ਜਿਵੇਂ ਹੁਣ ਅਸੀਂ ਇਹ ਮਾਇਆ ਨੂੰ ਪਰਪੱਕ ਕੀਤਾ, ਮਾਇਆ ਕੀ ਇਹ ਵਿਚਾਰ ਫੁਰਨੇ, ਇਹਨੂੰ ਮਾਇਆ ਕਹਿੰਦੇ। ਔਰ ਉਹ ਸਾਨੂੰ ਪੂਰੇ ਪਰਪੱਕ ਹੋ ਗਏ, ਪੂਰੇ ਦ੍ਰਿੜ ਹੋ ਗਏ, ਅਤੇ ਉਹ ਅਸੀਂ ਮੁੱਖ ਤੋਂ ਚੁੱਪ ਕਰੇ ਵੀ ਬੈਠੇ ਹੋ ਤਾਂ ਵੀ ਵਿਚਾਰ ਫੁਰਨੇ ਆਪ ਮੁਹਾਰੇ ਚੱਲੀ ਜਾਂਦੇ ਹਨ। ਔਰ ਇਸੇ ਨੂੰ ਹੀ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇੱਦਾਂ ਦੀ ਚੁੱਪ ਨਹੀਂ ਕਰਨੀ ਵੀ ਅਸੀਂ ਮੂੰਹ ਤੋਂ ਤਾਂ ਚੁੱਪ ਹੋ ਗਏ ਪਰ ਸਾਡਾ ਅੰਦਰ ਬੋਲੀ ਜਾ ਰਿਹਾ। ਇਸੇ ਨੂੰ ਮਹਾਰਾਜ ਕਹਿੰਦੇ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਗਤਾਰ, ਵੀ ਐਸੀ ਚੁੱਪ ਨਹੀਂ। ਅਸੀਂ ਮਨ ਨੂੰ ਚੁੱਪ ਕਰਾਉਣਾ ਆਪਣੇ ਨੂੰ, ਵੀ ਸਾਡਾ ਮਨ ਚੁੱਪ ਹੋ ਜੇ। ਜਦੋਂ ਮਨ ਨੇ ਚੁੱਪ ਹੋਣਾ ਸ਼ਬਦ ਦੀ ਕਮਾਈ ਦੁਆਰਾ ਸਿਮਰਨ ਕਰਕੇ, ਨਾਲ ਨਾਲ ਗੁਰੂ ਦੀ ਮੱਤ ਲੈ ਕੇ, ਗਿਆਨ ਲੈ ਕੇ, ਜਦੋਂ ਆਪਾਂ ਗੁਰੂ ਦੀ ਮੱਤ ਗਿਆਨ ਲਵਾਂਗੇ, ਇਹ ਗਿਆਨ ਐਸਾ ਹੈ ਜੋ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ। ਇਹ ਗਿਆਨ ਦੁਆਰਾ ਅਸੀਂ ਮਨ ਨੂੰ ਬੰਨ੍ਹ ਦਿੰਦੇ। ਜੇ ਆਪਾਂ ਮਨ ਨੂੰ ਬੰਨ੍ਹ ਲਿਆ, ਗਿਆਨ ਦਾ ਰੱਸਾ ਪਾਤਾ, ਅਤੇ ਫਿਰ ਇਹ ਭੱਜ ਨਹੀਂ ਸਕਦਾ ਕਿਸੇ ਪਾਸੇ, ਆਪ ਮੁਹਾਰੇ ਨਹੀਂ ਭੱਜ ਸਕਦਾ। ਅਤੇ ਮਹਾਰਾਜ ਸਾਨੂੰ ਦੱਸਦੇ ਫਿਰ ਵੀ ਜਿਵੇਂ ਕੁੰਭ ਘੜਾ, ਉਹਦੇ ਵਿੱਚ ਆਪਾਂ ਪਾਣੀ ਰੋਕ ਲੈਂਦੇ, ਰੁਕ ਜਾਂਦਾ। ਇਸੇ ਤਰ੍ਹਾਂ ਹੀ ਇਹ ਗਿਆਨ ਦਾ ਵੱਧਾ ਹੋਇਆ ਸਾਡਾ ਮਨ ਰੁਕਦਾ, ਅਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ, ਸਤ ਸੰਗਤ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਗਿਆਨ ਦੁਆਰਾ ਮਨ ਨੂੰ ਬੰਨ੍ਹ ਲੈਣਾ, ਅਤੇ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ, ਸਾਨੂੰ ਸੂਝੀ ਨਹੀਂ ਆਉਂਦੀ। ਇਸ ਵਾਸਤੇ ਫਿਰ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਫਿਰ ਇਹ ਆਪਾਂ ਨੂੰ ਸਤਿਗੁਰੂ ਗਿਆਨ ਦਿੰਦੇ। ਨਾਲ ਨਾਲ ਜਿਉਂ-ਜਿਉਂ ਆਪਾਂ ਸੰਗਤ ਕਰਾਂਗੇ, ਇਹ ਸਾਨੂੰ ਗਿਆਨ ਪਰਪੱਕ ਹੋਏਗਾ, ਅਤੇ ਆਉਂਦਿਆਂ ਫਿਰ ਇਹ ਸਾਡਾ ਮਨ ਰੁਕੇਗਾ। ਨਾਲ ਨਾਲ ਆਪਾਂ ਇਹ ਸਿਮਰਨ ਕਰਾਂਗੇ, ਸ਼ਬਦ ਦੀ ਕਮਾਈ ਕਰਾਂਗੇ, ਅਤੇ ਨਾਲ ਨਾਲ ਇਹਨੂੰ ਗਿਆਨ ਦੀ ਮੱਤ ਦੇਵਾਂਗੇ, ਫਿਰ ਇਹ ਸਾਡਾ ਮਨ ਰੁਕ ਜਾਂਦਾ, ਫਿਰ ਇਹ ਸਾਡੇ ਵਿਚਾਰ ਰੁਕ ਜਾਂਦੇ। ਅਤੇ ਜਦੋਂ ਵਿਚਾਰ ਰੁਕ ਗਏ, ਆਪਾਂ ਨੂੰ ਕੋਈ ਦੁੱਖ ਨਹੀਂ, ਕਿਉਂਕਿ ਵਿਚਾਰ ਲਵਾਂਗੇ ਅਤੇ ਦੁਖੀ ਹੋਵਾਂਗੇ। ਜਦੋਂ ਅਸੀਂ ਕੋਈ ਵਿਚਾਰ ਹੀ ਨਹੀਂ ਲੈਣਾ, ਅਤੇ ਸਾਨੂੰ ਦੁੱਖ ਕੋਈ ਲੱਗਣਾ ਹੀ ਨਹੀਂ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਵਿਚਾਰਾਂ 'ਚ ਦੁੱਖ, ਭਰਮ ਦੇ ਵਿੱਚ ਦੁੱਖ ਹੈ। ਅਤੇ ਭਰਮ ਕੀ ਹੈ? ਵਿਚਾਰ ਫੁਰਨੇ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹਨਾਂ ਵਿਚਾਰਾਂ ਨੂੰ ਰੋਕੋ, ਅਤੇ ਰੋਕਣ ਵਾਸਤੇ ਕਹਿੰਦੇ ਹੁਣ ਸਿਮਰਨ ਕਰੋ। ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਸਤ ਸੰਗਤ ਕਰਦੇ ਹਾਂ, ਫਿਰ ਸਾਨੂੰ ਸੋਝੀ ਆਉਣੀ ਸ਼ੁਰੂ ਹੋ ਜਾਂਦੀ, ਸਾਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਵੀ ਜੇ ਅਸੀਂ ਦੁਖੀ ਹੁੰਦੇ ਹਾਂ ਤਾਂ ਦੁੱਖ ਦਾ ਕਾਰਨ ਕੀ ਹੈ। ਉਹ ਫਿਰ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਸਹਿਜ ਵਿੱਚ ਹੋਏਗਾ। ਜਦੋਂ ਸਹਿਜ 'ਚ ਹੋਏਗਾ, ਫਿਰ ਇਹਨੂੰ ਕਾਰਨ ਵੀ ਪਤਾ ਲੱਗ ਜਾਣਾ ਬਈ ਦੁੱਖ ਦਾ ਕਾਰਨ ਮੇਰੇ ਅੰਦਰ ਹੀ ਹੈ। ਇਹ ਵਿਚਾਰ, ਮੈਨੂੰ ਵਿਚਾਰ ਆਉਂਦੇ ਅਤੇ ਮੈਂ ਤਾਂ ਦੁਖੀ ਹੁੰਦਾ। ਇਹਦੇ ਅੰਦਰੋਂ ਹੀ ਉਹ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ, ਮੈਨੂੰ ਵਿਚਾਰਾਂ ਨੂੰ ਰੋਕਾਂ। ਔਰ ਇਹ ਜਿਹੜੇ ਵਿਚਾਰ ਸਾਡੇ, ਇਹ ਇੱਕਦਮ ਰੁਕਦੇ ਨਹੀਂ, ਪਹਿਲਾਂ ਇਹਨਾਂ ਵਿਚਾਰਾਂ ਨੂੰ ਬਦਲਣਾ ਪੈਂਦਾ।
ਕਿਉਂਕਿ ਸਾਡਾ ਮਨ ਆਦੀ ਹੋ ਗਿਆ ਵਿਚਾਰ ਲੈਣ ਦਾ, ਫੁਰਨਿਆਂ 'ਚ ਰਹਿਣ ਦਾ। ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ, ਜਦੋਂ ਹੁਣ ਆਪਾਂ ਸਤਸੰਗ 'ਚ ਆਉਂਦੇ ਹਾਂ, ਵੀ ਜੇ ਤੁਸੀਂ ਵਿਚਾਰਾਂ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਵੇਂ ਹੁਣ ਅਸੀਂ ਆਦੀ ਹਾਂ ਬੋਲਣ ਦੀ, ਔਰ ਇੱਕਦਮ ਅਸੀਂ ਆਖੀਏ ਵੀ ਅਸੀਂ ਚੁੱਪ ਹੋ ਜਾਈਏ, ਨਹੀਂ ਚੁੱਪ ਹੋਇਆ ਜਾਂਦਾ। ਅਸੀਂ ਆਦੀ ਹਾਂ ਸੁਣਨ ਦੀ, ਜੇ ਅਸੀਂ ਆਖੀਏ ਵੀ ਇੱਕਦਮ ਹੀ ਸੁਣਨਾ ਬੰਦ ਕਰ ਦਈਏ, ਉਹ ਅਸੀਂ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਪਰਪੱਕ ਹੋ ਗਏ। ਹੁਣ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਬੋਲਣਾ ਅਤੇ ਤੁਸੀਂ ਸਿਮਰਨ ਕਰੋ ਅਤੇ ਮਾਲਕ ਦੀ ਸਿਫਤ ਸਲਾਹ ਕਰੋ, ਉਹਦੀ ਵਿਚਾਰ ਕਰੋ। ਜਦੋਂ ਕਿਤੇ 2-4 ਜੀਵ ਇਕੱਠੇ ਹੁੰਦੇ, ਸੰਸਾਰ ਦੀਆਂ ਹੋਰ ਗੱਲਾਂ ਨਾ ਕਰੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ। ਸੰਸਾਰ ਦੀ ਓਨੀ ਕੁ ਗੱਲ ਕਰ ਲਓ ਵੀ ਜਿੰਨਾ ਜ਼ਰੂਰੀ ਹੈ, ਜਿਹਦੇ ਬਿਨਾਂ ਸਾਡਾ ਸਰਦਾ ਨਹੀਂ, ਉਨੀ ਕੁ ਕਰ ਲਈ ਸੰਸਾਰ ਦੀ। ਜੇ ਅਸੀਂ ਜ਼ਰੂਰੀ ਗੱਲ ਕਰਨ ਲੱਗੀਏ ਤਾਂ ਸਾਡੀ 2 ਮਿੰਟ ਦੇ ਵਿੱਚ ਗੱਲ ਖਤਮ ਹੋ ਜਾਣੀ ਜਿਹੜੀ ਜ਼ਰੂਰੀ ਹੈ। ਬਾਕੀ ਜਿਹੜਾ ਅਸੀਂ ਹੋਰ ਗੱਲਾਂ ਕਰਦੇ ਹਾਂ, ਉਹ ਬਿਨਾਂ ਜ਼ਰੂਰੀ ਤੋਂ ਹੀ ਅਸੀਂ ਕਰਦੇ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਨਿਕਲਦਾ। ਉਹ ਵੀ ਗੱਲਾਂ ਸਾਡੀਆਂ ਆਪਦੀਆਂ ਨਹੀਂ ਹੁੰਦੀਆਂ, ਸਾਡੀ ਨਿੱਜੀ ਗੱਲ ਕੋਈ ਨਹੀਂ ਖੁਦ ਦੀ, ਅਸੀਂ ਦੂਜਿਆਂ ਦੀਆਂ ਕਰਦੇ ਹਾਂ, ਹੋਰਾਂ ਦੀਆਂ, ਸੰਸਾਰ ਦੀਆਂ। ਅਤੇ ਜਦੋਂ ਅਸੀਂ ਹੋਰ ਕਿਸੇ ਦੀ ਗੱਲ ਕਰਾਂਗੇ, ਉਹੀਓ ਸਾਡੇ 'ਤੇ ਮੈਲ ਲੱਗ ਜਾਣੀ ਹੈ। ਕਿਉਂਕਿ ਜਿਹਦੀ ਅਸੀਂ ਗੱਲ ਕਰਾਂਗੇ, ਜ਼ਿਆਦਾ ਅਸੀਂ ਉਹਦੀ ਵਡਿਆਈ ਕਰਾਂਗੇ, ਉਹਦੀ ਉਸਤਤ ਕਰਾਂਗੇ, ਅਤੇ ਜਾਂ ਅਸੀਂ ਉਹਦੀ ਨਿੰਦਿਆ ਕਰਾਂਗੇ। ਦੋਵਾਂ 'ਚੋਂ ਇੱਕ ਕੰਮ ਤਾਂ ਕਰਾਂਗੇ, ਅਤੇ ਉਹੀਓ ਸਾਡੇ 'ਤੇ ਮੈਲ ਲੱਗ ਜਾਣੀ। ਅਤੇ ਜਦੋਂ ਮੈਲ ਲੱਗ ਗਈ ਤਾਂ ਉਹ ਸਾਡੇ ਵਿਚਾਰ ਹੋਰ ਵੱਧ ਜਾਣੇ, ਫੁਰਨੇ ਹੋਰ ਵੱਧ ਜਾਣੇ। ਕਿਉਂਕਿ ਉਹ ਮੈਲ ਉੱਤੇ ਹੋਰ ਚੜ੍ਹ ਗਈ ਅਤੇ ਉਹ ਮਨ ਨੇ ਹੋਰ ਦੁਖੀ ਹੋ ਜਾਣਾ, ਹੋਰ ਅਸ਼ਾਂਤ ਹੋ ਜਾਣਾ, ਉਹਨੇ ਹੋਰ ਰੋਗੀ ਹੋ ਜਾਣਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਅਸੀਂ ਹੁਣ ਰੋਗਾਂ ਨੂੰ ਘਟਾਉਣਾ, ਨਾ ਕਿ ਅਸੀਂ ਰੋਗਾਂ ਨੂੰ ਵਧਾਉਣਾ। ਅਤੇ ਜੇ ਤਾਂ ਅਸੀਂ ਗੁਰੂ ਦੀ ਮੱਤ ਨਹੀਂ ਲੈ ਕੇ ਚੱਲਦੇ, ਫਿਰ ਤਾਂ ਅਸੀਂ ਰੋਗ ਖੁਦ ਹੀ ਵਧਾਉਂਦੇ ਹਾਂ। ਮਤਲਬ ਘਟਾਉਣ ਵਾਸਤੇ ਤਾਂ ਅਸੀਂ ਉਪਰਾਲਾ ਕਰਦੇ ਹੀ ਨਹੀਂ ਵੀ ਘਟ ਜਾਣ। ਸਾਡਾ ਜਿੰਨਾ ਵੀ ਉਦਮ ਸੰਸਾਰੀ ਜੀਵ ਦਾ, ਉਹ ਰੋਗ ਵਧਾਉਣ ਵਾਸਤੇ। ਇਹ ਗੱਲ ਬਿਲਕੁਲ ਆਪਾਂ ਨੂੰ ਉਲਟੀ ਲੱਗਣੀ ਬਈ ਇਹ ਕਿਵੇਂ ਹੋ ਸਕਦਾ ਵੀ ਸੰਸਾਰ ਵਿੱਚ ਜੀਵ ਦਾ ਸਾਰਾ ਕੁਛ ਉਹ ਰੋਗ ਵਧਾਉਣ ਵਾਸਤੇ ਹੀ ਕਰਦਾ, ਸਵੇਰ ਤੋਂ ਸ਼ਾਮ ਤੱਕ ਜੋ ਵੀ ਕਰਦਾ। ਅਤੇ ਮਹਾਰਾਜ ਕਹਿੰਦੇ ਵੀ ਉਹ ਕਰਦਾ ਹੀ ਇਹ, ਕਿਉਂਕਿ ਉਹ ਰੋਗ ਠੀਕ ਕਰਨ ਦੀ ਤਾਂ ਕੋਸ਼ਿਸ਼ ਕਰਦਾ ਹੀ ਨਹੀਂ। ਇਸ ਰਸਤੇ 'ਤੇ ਤਾਂ ਉਹ ਚੱਲਦਾ ਹੀ ਨਹੀਂ, ਸਿਮਰਨ ਤਾਂ ਕਰਦਾ ਹੀ ਨਹੀਂ, ਨਾ ਸਤਸੰਗਤ ਕਰਦਾ ਵੀ ਮੇਰੇ ਰੋਗ ਠੀਕ ਹੋਣ। ਉਹਦਾ ਸਗਾਂ 'ਤੇ ਹੋਰ ਦੁਵਿਧਾ ਕਰਕੇ, ਹੋਰ ਨਿੰਦਾ ਕਰਕੇ, ਹੋਰ ਵੈਰ ਵਿਰੋਧ ਕਰਕੇ, ਫਿੱਕੇ ਬੋਲ ਬੋਲ ਕੇ ਦੂਜਿਆਂ ਨੂੰ ਉਹਦਾ ਹੋਰ ਰੋਗੀ ਜਿਹੜੇ ਰੋਗ ਵਧਾਈ ਜਾਂਦਾ, ਉਹ ਹੋਰ ਰੋਗਾਂ ਨੂੰ ਪਰਪੱਕ ਕਰੀ ਜਾਂਦਾ, ਪੱਕੇ ਕਰੀ ਜਾਂਦਾ ਆਪਦੇ ਅੰਦਰ। ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਹਨਾਂ ਰੋਗਾਂ ਨੂੰ ਛੱਡਣਾ, ਨਾ ਕਿ ਅਸੀਂ ਇਹਨਾਂ ਨੂੰ ਹੋਰ ਪੱਕੇ ਕਰ ਲੈਣਾ ਆਪਦੇ ਅੰਦਰ। ਅਤੇ ਛੱਡਣ ਵਾਸਤੇ ਫਿਰ ਸਾਨੂੰ ਇਹ ਸਿਮਰਨ ਕਰਨਾ ਪੈਣਾ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਅਤੇ ਉਹਦੇ ਰੋਗ ਨੇ ਜਿਹੜੇ ਸਾਡੇ ਘਟਦੇ ਜਾਣੇ, ਅਤੇ ਉਹਦੇ ਸਾਨੂੰ ਰੋਗਾਂ ਦੀ ਜਾਣਕਾਰੀ ਹੁੰਦੀ ਜਾਣੀ, ਅਤੇ ਉਹਦੇ ਸਾਨੂੰ ਪਤਾ ਲੱਗਦਾ ਜਾਣਾ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਸਾਡੇ ਅੰਦਰ ਸਾਨੂੰ ਗਿਆਨ ਹੁੰਦਾ ਜਾਣਾ, ਅਸੀਂ ਅੰਤਰਮੁਖੀ ਹੋਵਾਂਗੇ ਅਤੇ ਸਾਨੂੰ ਅੰਦਰ ਦਿਸੇਗਾ। ਜਦੋਂ ਜੀਵ ਸਿਮਰਨ ਨਹੀਂ ਕਰਦਾ, ਉਹ ਬਾਹਰਮੁਖੀ ਹੈ। ਜਦੋਂ ਅਸੀਂ ਬਾਹਰਮੁਖੀ ਹਾਂ, ਸਾਨੂੰ ਦੂਸਰੇ ਦਿਖਾਈ ਦਿੰਦੇ, ਫਿਰ ਅਸੀਂ ਦੂਜਿਆਂ ਵੱਲ ਦੇਖਦੇ ਹਾਂ। ਫਿਰ ਅਸੀਂ ਆਪਦੇ ਘਰ ਨਹੀਂ ਦੇਖਦੇ, ਫਿਰ ਅਸੀਂ ਦੂਜਿਆਂ ਦੇ ਘਰ ਵੱਲ ਦੇਖੀ ਜਾਂਦੇ, ਦੂਜਿਆਂ ਦੇ ਘਰਾਂ ਦੀਆਂ ਗੱਲਾਂ ਕਰੀ ਜਾਂਦੇ। ਦੂਜੇ ਦਾ ਘਰ ਕੀ ਹੈ? ਇਹ ਸਰੀਰ, ਇਹ ਦੂਜੇ ਦਾ ਘਰ। ਅਤੇ ਆਪਾਂ ਨੂੰ ਕਹਿੰਦੇ ਵੀ ਇਹ ਜਿਹੜਾ ਸਾਡਾ ਸਰੀਰ, ਇਹ ਬ੍ਰਹਿਮੰਡ ਦਾ ਨਕਸ਼ਾ ਹੈ। ਵੀ ਅਸੀਂ ਕਿਸੇ ਹੋਰ ਦੇ ਬ੍ਰਹਿਮੰਡ ਦੀ ਖੋਜ ਨਹੀਂ ਕਰਨੀ, ਅਸੀਂ ਆਪਦੇ ਹੀ ਬ੍ਰਹਿਮੰਡ ਦੀ ਖੋਜ ਕਰਨੀ, ਅੰਦਰ ਦੀ। ਵੀ ਅਸੀਂ ਆਪਦੇ ਅੰਦਰ ਹੀ ਦੇਖਣਾ, ਅਸੀਂ ਆਪਦੇ ਅੰਦਰ ਜਾਣਾ ਅਤੇ ਅੰਦਰ ਦੀ ਖੋਜ ਕਰਨੀ। ਹੁਣ ਇਹ ਸਾਡੇ ਅੰਦਰ ਦੀ ਖੋਜ ਫੇਰ ਹੀ ਸ਼ੁਰੂ ਹੋਣੀ ਜਿਉਂ-ਜਿਉਂ ਅਸੀਂ
ਸਿਮਰਨ ਕਰਕੇ ਅੰਤਰਮੁਖੀ ਹੋਵਾਂਗੇ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਗੁਰਮੁਖੀ ਖੋਜ ਕਰਦੇ ਉਹ ਵੱਡੇ ਭਾਗਾਂ ਵਾਲੇ ਨੇ। ਤੇ ਕਿਵੇਂ ਖੋਜ ਕਰਦੇ? ਸਤਿਗੁਰੂ ਕਹਿੰਦੇ ਖੋਜ ਤੇ ਵਡਭਾਗੀ ਰਾਮ ਰਾਮ ਬੋਲ ਬੋਲ। ਬਈ ਉਹ ਸਿਮਰਨ ਕਰ ਕਰਕੇ ਆਪਣੇ ਅੰਦਰ ਦੀ ਖੋਜ ਕਰਦੀ। ਹੁਣ ਕਿਵੇਂ ਸਾਡੇ ਅੰਦਰ ਦੀ ਇਹ ਖੋਜ ਸ਼ੁਰੂ ਹੋਣੀ, ਕਿਵੇਂ ਅਸੀਂ ਅੰਤਰਮੁਖੀ ਹੋਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਿਉਂ ਆਪਾਂ ਇਸ ਸਿਮਰਨ ਕਰਦੇ ਨਾਲ ਆਪਾਂ ਸਤ ਸੰਗਤ ਕਰਦੇ ਹਾਂ, ਆਪਾਂ ਨੂੰ ਸਤਿਗੁਰੂ ਜੋ ਗਿਆਨ ਬਖਸ਼ਿਸ਼ ਕਰ ਰਹੇ ਉਹ ਗਿਆਨ ਦੀ ਮੱਤ ਮਨ ਨੂੰ ਦਿੰਦੇ। ਫਿਰ ਆਪਣਾ ਜਿਹੜਾ ਮਨ ਹੈ ਇਹ ਰੋਗ ਰਹਿਤ ਹੋਣਾ। ਸਾਰਿਆਂ ਰੋਗਾਂ ਦਾ ਜਿਹੜਾ ਦਾਰੂ ਹੈ ਉਹ ਨਾਮ ਹੈ। ਤੇ ਫਿਰ ਆਪਾਂ ਜਿਉਂ ਅਭਿਆਸ ਕਰਕੇ ਸਹਿਜ ਵਿੱਚ ਜਾਵਾਂਗੇ, ਆਪਣੇ ਘਰ ਜਾਵਾਂਗੇ, ਸਤਿਗੁਰੂ ਬੈਠੇ ਉੱਥੇ ਵੈਦ ਜਿਹੜੇ ਫਿਰ ਸਾਨੂੰ ਇਹ ਦਾਰੂ ਦਿੰਦੇ ਨਾਮ, ਜਿਹਦੇ ਨਾਲ ਫਿਰ ਸਾਡੇ ਮਨ ਦੇ ਰੋਗ ਸਾਰੇ ਖਤਮ ਹੋ ਜਾਂਦੇ, ਜੜ ਤੋਂ ਹੀ ਪੁੱਟੇ ਜਾਂਦੇ ਤੇ ਅਸੀਂ ਰੋਗ ਰਹਿਤ ਹੋ ਜਾਂਦੇ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਸਾਡੇ ਜਿਹੜੇ ਮਨ ਨੇ ਉਹ ਮਨ ਰੋਗ ਰਹਿਤ ਹੋਣ, ਕਿਉਂਕਿ ਜਿਹੜਾ ਸਰੀਰ ਹੈ ਇਹ ਤਾਂ ਇੱਕ ਦਿਨ ਜਾਣਾ ਹੀ ਜਾਣਾ, ਇਹ ਤਾਂ ਅਸੀਂ ਇੱਕ ਦਿਨ ਛੱਡਣਾ ਹੀ ਛੱਡਣਾ, ਕਿਉਂਕਿ ਸਮਾਂ ਸਾਡਾ ਗਿਣਤੀ ਦਾ ਹੈ ਤੇ ਪਤਾ ਕੋਈ ਨਹੀਂ ਗਿਣਤੀ ਕਦੋਂ ਖਤਮ ਹੋ ਜਾਣੀ, ਕਦੋਂ ਸਾਡਾ ਸਮਾਂ ਖਤਮ ਹੋ ਜਾਣਾ। ਇਸ ਵਾਸਤੇ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਇੱਕ ਦਮ ਦੇ ਜੀਵ, ਤੁਸੀਂ ਉਸ ਮਾਲਕ ਪਰਮਾਤਮਾ ਨੂੰ ਸਿਮਰੋ ਜਿਹੜਾ ਸਾਨੂੰ ਦਮ ਦੇ ਕੇ ਜਿਉਂਦਾ ਰੱਖ ਰਿਹਾ।
ਉਹਦੇ ਸਨਮੁਖ ਹੋਵੋ, ਉਹਨੂੰ ਮਿਲੋ ਪਹਿਲਾਂ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨ ਵੇ ਤਿਸੇ ਸਰੀਵੋ ਜਾ ਕੇ ਜੀ ਪ੍ਰਾਣਾ। ਵੀ ਇਹਦੇ ਵਿੱਚ ਢਿੱਲ ਨਾ ਕਰੋ। ਸਿਮਰਨ ਕਰਨ ਲੱਗੇ ਹਾਂ, ਸਤ ਸੰਗਤ ਕਰਨ ਲੱਗੇ ਹਾਂ, ਬਿਲਕੁਲ ਵੀ ਆਲਸ ਨਾ ਕਰੋ, ਢਿੱਲ ਨਾ ਵਰਤੋ। ਇਹ ਨਾ ਆਖੋ ਵੀ ਚਲੋ ਅੱਜ ਨਹੀਂ ਗੱਲ ਸਹੀ। ਮਹਾਰਾਜ ਦਾ ਸਾਨੂੰ ਇੱਥੋਂ ਦਾ ਕਹਿੰਦੇ ਵੀ ਇੱਕ ਖਿੰਨ ਵੀ ਢਿੱਲ ਨਾ ਕਰੋ। ਹਰ ਜਪਦੇ ਹਾਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਚ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਸਤਿਗੁਰ ਦਾ ਕਹਿੰਦੇ ਵੀ ਆਹ ਸਾਹ ਆਇਆ, ਅਗਲਾ ਪਤਾ ਨਹੀਂ ਆਵੇ ਕਿ ਨਾ ਆਵੇ, ਇਸ ਕਰਕੇ ਆਹ ਸਾਹ ਦੇ ਨਾਲ ਮਾਲਕ ਨੂੰ ਚੇਤੇ ਕਰ। ਸੋ ਆਪਣਾ ਅੰਤ ਸਮਾਂ ਇਸੇ ਕਰਕੇ ਗੁਪਤ ਰੱਖਿਆ ਜਾਂਦਾ ਵੀ ਤਾਂ ਕਿ ਅਸੀਂ ਪਰਮਾਤਮਾ ਨੂੰ ਦੇਖਦੇ ਰਹੀਏ, ਜਿਹੜਾ ਸਾਨੂੰ ਸਵਾਸ ਦੇ ਰਿਹਾ ਵੀ ਸਾਨੂੰ ਆਹ ਸਵਾਸ ਆਇਆ, ਅਗਲਾ ਦੇਖੀਏ ਮਾਲਕ ਦਿੰਦਾ ਕਿ ਨਹੀਂ ਦਿੰਦਾ। ਜੇ ਸਾਡਾ ਧਿਆਨ ਪਰਮਾਤਮਾ ਵੱਲ ਹੋਏਗਾ ਅਤੇ ਜਦੋਂ ਸਾਡਾ ਸਮਾਂ ਖਤਮ ਹੋਏਗਾ ਮਾਲਕ ਸਾਨੂੰ ਆਪਦੇ 'ਚ ਸੰਭਾਲੇਗਾ, ਕਿਉਂਕਿ ਧਿਆਨ ਦਾ ਖੇਲ ਹੈ। ਅਤੇ ਜੇ ਸਾਡਾ ਧਿਆਨ ਇੱਧਰ ਮਾਇਆ ਵੱਲ ਹੋਏਗਾ, ਸੰਸਾਰ ਵਾਲੇ ਪਾਸੇ, ਅਤੇ ਫਿਰ ਸਾਨੂੰ ਵਾਪਸ ਭੇਜ ਦੇਣਗੇ, ਫਿਰ ਅਸੀਂ ਮੁੜ ਆਵਾਂਗੇ ਇੱਧਰ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹਰ ਇੱਕ ਸਵਾਸ ਦੇ ਨਾਲ ਮਾਲਕ ਨੂੰ ਚੇਤੇ ਰੱਖੋ। ਜਿਹੜੇ ਦਮ ਨਾਲ ਅਸੀਂ ਨਹੀਂ ਸਿਮਰਨ ਕਰਦੇ, ਉਹ ਦਮ, ਉਹ ਸਵਾਸ ਸਾਡਾ ਸਮਝ ਲਓ ਵਿਅਰਥ ਚਲਾ ਗਿਆ। ਸਤਿਗੁਰੂ ਫਰਮਾਉਂਦੇ ਜੋ ਦਮ ਚਿੱਤ ਨਾ ਆਵੇ ਸੋ ਦਮ ਬਿਰਥਾ ਜਾਏ। ਵੀ ਜਿਹੜੇ ਦਮ ਨਾਲ ਅਸੀਂ ਨਹੀਂ ਵਾਹਿਗੁਰੂ ਆਖਿਆ, ਉਹ ਸਾਡਾ ਵਿਅਰਥ ਹੀ ਚਲਾ ਗਿਆ ਸਮਝ। ਅਤੇ ਇੰਨਾ ਕੀਮਤੀ ਸਵਾਸ ਜਿਹਦਾ ਇਸ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਆਹ ਦੇਖੀਏ ਨਾ ਆਪਾਂ ਹੁਣ ਥੋੜ੍ਹਾ ਜਿਹਾ ਆ ਬਿਮਾਰੀ ਕਰਕੇ ਆਕਸੀਜਨ ਘੱਟ ਰਹੀ ਅਤੇ ਕਿੰਨੀ ਮਹਿੰਗੀ ਵਿਕ ਰਹੀ ਆ, ਉਹ ਤੋਂ ਫਿਰ ਵੀ ਨਹੀਂ ਮਿਲ ਰਹੀ ਜੀਵਨ। ਅਤੇ ਆਪਾਂ ਮਾਲਕ ਦਾ ਸ਼ੁਕਰਾਨਾ ਹੀ ਨਹੀਂ ਕਰਦੇ ਵੀ ਜਿਹੜਾ ਸਾਨੂੰ ਫਰੀ 'ਚ ਹੀ ਦਿੱਤੀ ਜਾਂਦਾ। ਆਪਾਂ ਕਿਹੜਾ ਇਹਦਾ ਉਹਨੂੰ ਕੁਛ ਦਿੰਦੇ ਹਾਂ, ਜਾਂ ਆਪਾਂ ਤੋਂ ਕੀ ਮੰਗਦਾ ਉਹ ਕੁਛ ਵੀ ਮੈਂ ਤੁਹਾਨੂੰ ਸਾਹ ਦੇ ਰਿਹਾ, ਮੈਨੂੰ ਆਹ ਦਿਓ। ਸਿਰਫ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਇਹਦੀ ਕੀਮਤ ਸਾਨੂੰ ਉਦੋਂ ਪਤਾ ਲੱਗਦੀ ਜਦੋਂ ਸਾਡੇ ਕੋਲ ਧਨ ਖਤਮ ਹੋ ਜਾਂਦਾ। ਫਿਰ ਪਤਾ ਲੱਗਦਾ ਵੀ ਇੰਨਾ ਕੀਮਤੀ ਧਨ ਸੀ ਸਾਨੂੰ ਮਾਲਕ ਨੇ ਦਿੱਤਾ, ਅਤੇ ਉਹਨੂੰ ਅਸੀਂ ਕੌਡੀਆਂ ਦੇ ਭਾਅ 'ਚ ਹੀ ਉੱਧਰ ਖਰਚ ਕਰੇ, ਵੀ ਅਸੀਂ ਵਿਅਰਥ ਹੀ ਉਹਨੂੰ ਖਰਚ ਕਰਿਆ ਸਾਰੇ ਨੂੰ। ਵੀ ਇਹਨਾਂ ਸਵਾਸਾਂ ਨੂੰ ਅਸੀਂ ਕਿਉਂ ਨਹੀਂ ਸਾਂਭਿਆ, ਅਸੀਂ ਕਿਉਂ ਨਹੀਂ ਇਹਨਾਂ ਸਵਾਸਾਂ 'ਤੇ ਨਾਮ ਦੀ ਮੋਹਰ ਲਾਈ ਉਹ 'ਚ। ਆਈਓ ਫਿਰ ਆਪਾਂ ਨੂੰ ਮਹਾਰਾਜ ਪਹਿਲਾਂ ਹੀ ਸਮਝਾਉਂਦੇ ਵੀ ਫੇਰ ਪਛਤਾਉਣ ਦੇ ਨਾਲੋਂ ਹੁਣ ਤੁਸੀਂ ਇਹ ਸਮੇਂ ਨੂੰ ਸਾਂਭ ਲਓ। ਇਸ ਲਈ ਮਹਾਰਾਜ ਫਰਮਾਉਂਦੇ ਕਬੀਰ ਲੂਟ ਨਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜਾਂ ਪ੍ਰਾਣ ਜਾਏਂਗੇ ਛੂਟ। ਬਈ ਨਹੀਂ ਦਾ ਜੀਵ ਦੇ ਜਦੋਂ ਪ੍ਰਾਣ ਖਤਮ ਹੋ ਜਾਂਦੇ ਉਦੋਂ ਪਛਤਾਉਂਦਾ, ਅਤੇ ਪਹਿਲਾਂ ਉਹਨੂੰ ਗਿਆਨ ਹੀ ਨਹੀਂ ਹੁੰਦਾ। ਇਹ ਆਪਣੇ ਵੱਡੇ ਭਾਗ ਨੇ ਜੋ ਸਤਿਗੁਰੂ ਪਹਿਲਾਂ ਆਪਾਂ ਨੂੰ ਇਹ ਗਿਆਨ ਦੇ ਰਹੇ, ਆਪਾਂ ਨੂੰ ਸੋਝੀ ਦੇ ਰਹੇ। ਤਾਂ ਕਰਕੇ ਫਿਰ ਕਹਿੰਦੇ ਵੀ ਜਿਹਨਾਂ ਨੂੰ ਸਤ ਸੰਗਤ ਮਿਲ ਜਾਂਦੀ ਉਹ ਬੜੇ ਭਾਗੀ ਨੇ, ਉਹ ਵੱਡੇ ਭਾਗਾਂ ਵਾਲੇ। ਵੀ ਉਹਨਾਂ ਨੂੰ ਪਹਿਲਾਂ ਹੀ ਇਹ ਗੁਰਮੁਖਾਂ ਨੂੰ ਗਿਆਨ ਹੋ ਜਾਂਦਾ। ਨਹੀਂ ਤਾਂ ਜੀਵ ਨੂੰ ਉਦੋਂ ਪਤਾ ਲੱਗਦਾ ਜਦੋਂ ਦੇਹ ਛੱਡ ਜਾਂਦਾ, ਪਹਿਲਾਂ ਉਹ ਸਮਝਦਾ ਹੀ ਨਹੀਂ ਵੀ ਇੰਨਾ ਕੀਮਤੀ ਧਨ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਗੁਰਮੁਖ ਪਿਆਰਿਓ, ਵੱਧ ਤੋਂ ਵੱਧ ਇਹ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਨੂੰ ਸਤਿਗੁਰਾਂ ਨੇ ਖੇਲ ਸਮਝਾਇਆ ਹੈ ਵੀ ਕਿਵੇਂ ਅਸੀਂ ਆਪਦੇ ਘਰ ਦੇ ਵਿੱਚ ਆਉਣ ਜਾਣ ਬਣਾਉਣਾ, ਕਿਵੇਂ ਅਸੀਂ ਜਿਉਂਦੇ ਜੀ ਮੁਕਤ ਹੋਣਾ, ਕਿਵੇਂ ਸਾਡਾ ਭਰਮ ਜਿਹੜਾ ਖਤਮ ਹੋਣਾ, ਜਿਹਨੂੰ ਮਹਾਰਾਜ ਕਹਿੰਦੇ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ, ਜੀਵਤ ਸੁਣ ਸਮਾਨਿਆ ਗੁਰ ਸਾਖੀ ਜਾਗੀ। ਆਪਾਂ ਜਿਉਂਦੇ ਜੀ ਹੀ ਉੱਥੇ ਚਲੇ ਜਾਣਾ ਦਰਗਾਹ 'ਚ।
ਰੋਜ਼ ਆਪਾਂ ਜਾਣਾ ਅਤੇ ਰੋਜ਼ ਆਉਣਾ, ਉੱਥੇ ਹੀ ਆਪਾਂ ਜਾਣ ਆਉਣ ਬਣਾ ਲੈਣਾ ਤਾਂ ਕਿ ਸਾਡਾ ਭਰਮ ਖਤਮ ਹੋ ਜਾਵੇ, ਵੀ ਸਾਨੂੰ ਇਹ ਨਾ ਰਹੇ ਵੀ ਹਾਏ ਅਸੀਂ ਮਰ ਨਾ ਜਾਈਏ। ਉਹ ਤਾਂ ਹੀ ਹੁੰਦਾ ਜੇ ਅਸੀਂ ਉਹ ਘਰ ਦੇਖਿਆ ਨਹੀਂ। ਜੇ ਅਸੀਂ ਘਰ ਦੇਖੇ ਫਿਰ ਤਾਂ ਸਾਨੂੰ ਕੋਈ ਫਿਕਰ ਹੀ ਨਹੀਂ, ਜਦੋਂ ਮਰਜ਼ੀ ਬੁਲਾ ਲੈਣ, ਜਦੋਂ ਮਰਜ਼ੀ ਚਲੇ ਜਾਈਏ, ਕਿਉਂਕਿ ਜਾਣਾ ਤਾਂ ਹੈਗਾ ਹੀ ਹੈਗਾ। ਉਹ ਤਾਂ ਹੀ ਹੋਏਗਾ ਜੇ ਅਸੀਂ ਆਪਦੇ ਘਰ ਪਹਿਲਾਂ ਦੇਖਿਆ ਹੋਏਗਾ। ਜੇ ਅਸੀਂ ਘਰ 'ਚ ਆਉਣ ਜਾਣ ਬਣਾਇਆ ਹੋਏਗਾ, ਫਿਰ ਸਾਡਾ ਇਹ ਭਰਮ ਖਤਮ ਹੋ ਜਾਂਦਾ ਜਨਮ ਮਰਨ ਦਾ, ਵੀ ਅਸੀਂ ਮਰਨ ਵਾਲੇ ਨਹੀਂ ਹੈ। ਸੋ ਇਸ ਲਈ ਹੁਣ ਆਪਾਂ ਇਹ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਇਹ ਸੰਗਤ ਕਰਕੇ ਸਾਰਾ ਗਿਆਨ ਲੈ ਕੇ ਸਤਿਗੁਰਾਂ ਤੋਂ ਆਪਣੇ ਜੀਵਨ ਦਾ ਲਾਹਾ ਕੱਢ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।